ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਸਾਡਾ ਸਬਜੈਕਟ ਹੈ ਕਿ ਸਨ 2022 ਦੇ ਵਿੱਚ ਯੂਨਾਈਟਿਡ ਸਟੇਟਸ ਦੀ ਗਲੋਬਲ ਆਊਟਲੁੱਕ ਕੀ ਰਹੀ ਹੈ। ਪੋਲਿਟਿਕਸ, ਇਕਨੋਮਿਕਸ, ਪੂਰੀ ਦੁਨੀਆ ਦੇ ਜੋ ਅਫੇਅਰਸ ਨੇ ਉਹਨਾਂ ਨੂੰ ਲੈ ਕੇ ਉਹਦਾ ਕਰਕਸ ਕੀ ਹੈ ਤੇ ਉਹ ਸਨ 2023 ਵਾਸਤੇ ਇੱਕ ਸਟਾਰਟਅਪ किस तरह साबित हो सकता है, उस बारे अज असी डिटेल विच गलबात करन जा रहे हैं। मेरे नाल स्टूडियोज़ दे विच मौजूद ने आशिमा सहानी, पॉलिटिकल एनालिस्ट ने और पॉलिटिकल दुनिया तो ने, और एक स्कूल दे विच प्रोफैसर ने एक कॉलेज दे विच और पढ़ाउंदे ने पॉलिटिकल साइंस। सो स्कूल ऑफ पॉलिटिकल साइंस। सो इन्हां दा एक अपना एजेंडा, एक अपनी सोच, एक अपनी विचारधारा जिसनूं लैके चलते हैं कि पूरी दुनिया दे विच वर्ल्ड पीस किस तरह कायम की जाए, पूरी दुनिया के अफेयर्स नूं उस परस्पैक्टिव तो देखते हैं। वेलकम टू द शो आशिमा सहानी। थैंक यू, नमस्कार। थैंक यू तुहाडे टीवी चैनल का एक बार मैनूं फिर सद्दा देण लई। और हाँ जी, अज साडा लास्ट डे है ईयर 2022 का जी, और डिस्कस करांगे कि किद्दां जिहड़ी फॉरेन पॉलिसी है किद्दां आने वाले ईयर 2023 ਨੂੰ ਸ਼ੇਪ ਅਪ ਕਰੇਗੀ। श्योर। और साडा हमेशा एक एंगल रहिंदा है कि माइग्रेंट्स ਨੂੰ ਲੈ ਕੇ, ਇਮੀਗ੍ਰੈਂਟਸ ਨੂੰ ਲੈ ਕੇ ਅਸੀਂ ਕਿਸ ਤਰ੍ਹਾਂ ਪੋਜ਼ਿਟਿਵ ਹੋ ਸਕਦੇ ਹਾਂ, ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਹੈ। ਬਿਕਾਜ਼ ਇਹ ਦੁਨੀਆ ਇਮੀਗ੍ਰੈਂਟਸ ਦੇ ਨਾਲ ਹੀ ਹੈ, ਮਾਈਗ੍ਰੈਂਟਸ ਦੇ ਨਾਲ ਹੀ ਹੈ। ਜੋ ਭਾਰਤ ਦੇ ਵਿੱਚ ਰਹਿੰਦੇ ਨੇ ਉਹ ਵੀ ਪ੍ਰੋਪਰਲੀ ਇੱਕ ਥਾਂ ਤੇ ਨਹੀਂ ਰਹਿੰਦੇ, ਥਾਂ ਦੇ ਉੱਤੇ ਸ਼ਿਫਟ ਹੁੰਦੇ ਨੇ ਅਕੋਰਡਿੰਗ ਟੂ देयर ਲਾਈਵਲੀਹੁੱਡ, ਆਪਣਾ ਰੋਜ਼ੀ ਰੋਟੀ ਦੇ ਸਿਲਸਿਲੇ ਦੇ ਵਿੱਚ। ਉਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਵੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਸੰਭਵ ਹੈ, ਕਿਉਂਕਿ ਅਸੀਂ ਰੋਜ਼ੀ ਰੋਟੀ ਦੇ ਸਿਲਸਿਲੇ 'ਚ ਕਿਸੇ ਦੇਸ਼ ਵੀ ਜਾ ਸਕਦੇ ਹਾਂ। ਸੋ ਪੂਰੀ ਦੁਨੀਆ ਮਾਈਗ੍ਰੈਂਟਸ ਔਰ ਇਮੀਗ੍ਰੈਂਟਸ ਇਹਨਾਂ ਦੇ ਬੇਸ ਦੇ ਉੱਤੇ ਹੀ ਚੱਲਦੀ ਆ। ਔਰ ਜੇ ਅਸੀਂ ਰਿਲੀਜੀਅਸ ਐਂਗਲ ਤੋਂ ਕਹੀਏ ਤਾਂ ਕਹਿੰਦੇ ਨੇ ਕਿ ਇਨਸਾਨ ਇੱਕ ਮੁਸਾਫਿਰ ਹੈ, ਦੁਨੀਆ ਦੇ ਵਿੱਚ ਆਪਣਾ ਸਫ਼ਰ ਤੈਅ ਕਰਦਾ ਹੈ ਤੇ ਫਿਰ ਅੱਗੇ ਵੱਧ ਜਾਂਦਾ। ਸੋ ਇਸ ਐਂਗਲ ਤੋਂ ਵੀ ਇਹ ਬਿਲਕੁਲ ਜਸਟੀਫਾਈ ਹੁੰਦਾ ਹੈ। ਸੋ ਅਸੀਂ ਸਟਾਰਟ ਕਰਦੇ ਹਾਂ ਕਿ ਸਨ 2022 ਦੇ ਵਿੱਚ ਜੋ ਵੀ ਦੁਨੀਆ ਦੇ ਵਿੱਚ ਗਤੀਵਿਧੀਆਂ ਹੋਈਆਂ ਨੇ, ਪੋਲੀਟੀਕਲ ਅਫੇਅਰਸ ਐਂਡ ਇਕਨੋਮਿਕ ਅਫੇਅਰਸ, ਉਹਨਾਂ ਦੇ ਵਿੱਚ ਯੂਨਾਈਟਿਡ ਸਟੇਟਸ ਦਾ ਕੀ ਰੋਲ ਰਿਹਾ, ਕਿਸ ਤਰ੍ਹਾਂ ਇਹ ਟ੍ਰੈਂਡ ਸੈਟਰ ਰਿਹਾ ਹੈ ਬੀਇੰਗ ਦ ਵਰਲਡ ਲੀਡਰ। ਜਿੱਦਾਂ ਯੂਨਾਈਟਿਡ ਸਟੇਟ ਨੂੰ ਅਸੀਂ ਸੁਪਰ ਪਾਵਰ ਕਹਿੰਦੇ ਹਾਂ। ਸ਼ੋਰ, ਠੀਕ ਹੈ। ਸੁਪਰ ਪਾਵਰ ਇਸੇ ਲਈ ਕਹਿੰਦੇ ਆ ਕਿਉਂਕਿ ਜੋ ਸੁਪਰ ਪਾਵਰ ਦੀ ਫੋਰਨ ਪਾਲਿਸੀ ਹੈ ਉਹ ਪੂਰੇ ਅਪਰੋਕਸੀਮੇਟਲੀ ਸਾਡੇ ਕੋਲ 200 ਕੰਟਰੀਆਂ ਨੇ ਅੱਜ ਗਲੋਬ 'ਚ। ਉਹਨਾਂ ਸਾਰਾ ਫੋਰਨ ਪਾਲਿਸੀਜ਼ ਨੂੰ ਅਗਰ ਕੋਈ ਡਿਜ਼ਾਈਨ ਕਰਦਾ ਹੈ, ਇਟ ਇਜ਼ ਦੀ USA's ਫੋਰਨ ਪਾਲਿਸੀ। ਅਗਰ ਲੇਮੈਨਸ ਨੂੰ ਇਹ ਸਮਝਣ ਦੀ ਲੋੜ ਹੈ ਕਿ ਫੋਰਨ ਪਾਲਿਸੀ ਕੀ ਹੈ, ਬੜੇ ਹੀ ਸਿੰਪਲ ਸ਼ਬਦਾਂ 'ਚ ਫੋਰਨ ਪਾਲਿਸੀ ਦਾ ਮਤਲਬ ਹੈ ਕਿ ਜਦੋਂ ਹਰ ਦੇਸ਼ ਆਪਣੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਬਾਹਰਲੀ ਦੁਨੀਆ 'ਚ, ਬਾਹਰਲੀ ਦੁਨੀਆ ਦਾ ਮਤਲਬ ਆਊਟਸਾਈਡ ਹਿਜ਼ ਓਨ ਕੰਟਰੀ, ਉਹਨੂੰ ਅਸੀਂ ਫੋਰਨ ਪਾਲਿਸੀ ਕਹਿੰਦੇ ਹਾਂ। ਹੁਣ ਜਿੰਨੇ ਵੀ ਦੇਸ਼ਾਂ ਦੀ ਫੋਰਨ ਪਾਲਿਸੀ ਹੈ ਸਾਰੇ ਆਪਣੇ ਨੈਸ਼ਨਲ ਇੰਟਰਸਟ ਨੂੰ ਮੱਦੇ ਨਜ਼ਰ ਰੱਖ ਕੇ ਫੋਰਨ ਪਾਲਿਸੀ ਨੂੰ ਡਿਜ਼ਾਈਨ ਕਰਦੇ ਨੇ। ਲੇਕਿਨ ਕਿਤੇ ਨਾ ਕਿਤੇ ਅਸੀਂ ਜਿੰਨੇ ਮਰਜ਼ੀ ਆਪਣੇ ਨੈਸ਼ਨਲ ਇੰਟਰਸਟ ਆਪਣੇ ਅੱਗੇ ਰੱਖ ਕੇ ਫੋਰਨ ਪਾਲਿਸੀ ਨੂੰ ਡਿਜ਼ਾਈਨ ਕਰ ਲਈਏ, ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਸਾਡੀ ਫੋਰਨ ਪਾਲਿਸੀ ਨੂੰ ਪ੍ਰਭਾਵਿਤ ਕਰਦੀ ਹੀ ਕਰਦੀ ਹੈ। ਜੇ 100% ਨਾ ਕਰੇ ਤਾਂ ਕਿਸੇ ਮੁਲਕਾਂ 'ਚ 50%, ਕਿਸੇ 'ਚ 60%, ਕਿਸੇ 'ਚ 10%। ਤੇ ਜਿਹੜੀ ਅਮਰੀਕਾ ਦੀ ਆਪਣੀ ਫੋਰਨ ਪਾਲਿਸੀ ਹੈ ਜੀ, ਉੱਥੋਂ ਬਣਦੀ ਹੈ ਕਿ ਅਮਰੀਕਾ ਦੇ ਅੰਦਰ ਕੀ ਹੋ ਰਿਹਾ, ਵਾਟ ਇਜ਼ ਗੋਇੰਗ ਔਨ ਇਨਸਾਈਡ ਅਮਰੀਕਾ। ਇੱਥੋਂ ਮੈਨੂੰ ਟਰੰਪ ਸਾਹਿਬ ਦਾ ਇੱਕ ਬਹੁਤ ਵਧੀਆ ਸਟੇਟਮੈਂਟ ਯਾਦ ਆਉਂਦੀ ਜਿਹੜੀ ਕਿ ਬੜੀ ਪਪੂਲਰ ਹੋਈ ਸੀਗੀ ਕਿ ਅਮਰੀਕਨਸ ਫਰਸਟ। ਉਸ ਤੋਂ ਬਾਅਦ ਰੀਸੈਂਟਲੀ ਇੱਕ ਪਿਊ ਰਿਸਰਚ ਸੈਂਟਰ ਹੈ 2022 ਚ ਇੱਕ ਸਟੈਟਿਸਟਿਕਸ ਲੈ ਕੇ ਆਏ। ਉਸ ਸਟੈਟਿਸਟਿਕਸ ਚ ਉਹ ਆਇਡੈਂਟੀਫਾਈ ਕਰਦੇ ਕਿ ਕਿੰਨੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਫੋਰਨ ਪਾਲਿਸੀ ਬਣਾਈ ਜਾਏਗੀ USA ਦੀ। ਉਹਦੀ ਜਿਹੜੀ ਡਿਮਾਰਕੇਸ਼ਨ ਹੈ ਦੋ ਕੈਟਾਗਰੀਜ਼ 'ਚ ਕਰਦੇ ਹੈ। ਇੱਕ ਤੇ ਉਹ ਵਾਲੇ ਮੁੱਦੇ ਜਿਹੜੇ ਅਮਰੀਕਾ ਆਪ ਹੀ ਅਚੀਵ ਕਰ ਸਕਦਾ ਆਪਣੀ ਕੰਟਰੀ 'ਚ, ਇੱਕ ਉਹ ਮੁੱਦੇ ਜਿਹੜੇ ਕਿ ਜਿਹਦੇ ਲਈ ਉਹਨੂੰ ਦੂਸਰੇ ਦੇਸ਼ਾਂ ਦੀ ਹੈਲਪ ਲੈਣੀ ਪਏਗੀ। ਫੋਰ ਐਗਜ਼ਾਮਪਲ ਡੈਮੋਕ੍ਰੇਸੀ। ਅਮਰੀਕਾ ਡੈਮੋਕ੍ਰੇਸੀ ਨੂੰ ਅਚੀਵ ਕਰਨਾ ਚਾਹੁੰਦਾ ਤਾਂ ਪਹਿਲੇ ਤਾਂ ਉਹਨੂੰ ਆਪਣੇ ਘਰ 'ਚ ਲਿਆਉਣੀ ਪਏਗੀ, ਫਿਰ ਉਹਨੂੰ ਦੁਨੀਆ ਦੇ ਮੁਲਕਾਂ ਤੇ ਵੀ ਡਿਪੈਂਡ ਕਰਨਾ ਪਏਗਾ। ਨੰਬਰ 2 ਹਿਊਮਨ ਰਾਈਟਸ ਦਾ ਇਸ਼ੂ ਹੈ। ਨੰਬਰ 3 ਕਲਾਈਮੇਟ ਚੇਂਜ ਦਾ ਇਸ਼ੂ ਹੈ, ਸਸਟੇਨੇਬਿਲਿਟੀ ਦਾ ਇਸ਼ੂ ਹੈ। ਠੀਕ ਹੈ। ਫਿਰ ਡਿਜ਼ੀਜ਼ਸ ਦਾ ਇਸ਼ੂ ਹੈ। ਤੇ ਆ ਜਿਹੜਾ ਹੁਣ ਈਰਾਨ, ਕੋਰੀਆ, ਇਹ ਵਾਲੇ ਜਿਹੜੇ ਮੁਲਕ ਨੇ ਜਿਹਨੂੰ ਕਿ ਰੋਗਿਊ ਸਟੇਟ ਕਹਿੰਦੇ ਹੈ, ਇਹਨਾਂ ਨੂੰ ਕਿੱਦਾਂ ਲਾਈਨ 'ਚ ਲਿਆਣਾ। ਔਰ ਹੁਣ ਜਿਹੜੇ ਨਵੀਂ ਸਿਰਦਰਦੀ ਬਣੀ ਹੋਈ ਅਮਰੀਕਾ ਦੀ ਉਹ ਹੈ ਚਾਈਨਾ। ਸੰਜੀਵ ਜੀ।
ਜੀ ਚਾਈਨਾ ਉਹਦੀ ਸਿਰਦਰਦੀ ਬਣੀ ਹੋਈ ਹੈ ਔਰ ਤੁਸੀਂ ਬਿਲਕੁਲ ਦਰੁਸਤ ਫਰਮਾ ਰਹੇ ਹੋ ਕਿਉਂਕਿ ਜੋ ਯੂਐਸ ਦਾ ਡੋਮੈਸਟਿਕ ਪੋਲਿਟਿਕਸ ਹੈ ਉਹ ਵੀ ਅਸੀਂ ਧਿਆਨ 'ਚ ਰੱਖਣਾ ਹੈ ਤਾਂ ਹੀ ਉਹ ਇੰਟਰਨੈਸ਼ਨਲ ਪਾਲਿਸੀਜ਼ ਨੂੰ ਇੰਪੈਕਟ ਕਰਦਾ ਹੈ ਉਸ ਦੇ ਆਧਾਰ ਦੇ ਉੱਤੇ ਕਿਉਂਕਿ ਜਦੋਂ ਤੱਕ ਉਹ ਆਪਣਾ ਡੋਮੈਸਟਿਕ ਫਾਇਦਾ ਨਹੀਂ ਦੇਖਦੇ ਉਦੋਂ ਤੱਕ ਉਹ ਇੰਟਰਨੈਸ਼ਨਲ ਪਾਲਿਸੀ ਨੂੰ ਕਿੱਦਾਂ ਡਿਜ਼ਾਈਨ ਕਰ ਸਕਦੇ ਨੇ ਔਰ ਬਾਕੀ ਦੇਸ਼ਾਂ ਦੇ ਨਾਲ ਆਪਣੇ ਜੋ ਕੂਟਨੀਤਿਕ ਸੰਬੰਧ ਨੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਫਾਈਨਲਾਈਜ਼ ਕਰ ਸਕਦੇ ਨੇ ਸੋ ਉਸ ਐਂਗਲ ਤੋਂ ਉਸ ਲਾਈਟ ਦੇ ਵਿੱਚ ਅਸੀਂ ਦੇਖਣਾ ਚਾਹਾਂਗੇ ਕਿ ਜੋ ਯੂਨਾਈਟਿਡ ਸਟੇਟਸ ਦਾ ਡੋਮੈਸਟਿਕ ਪੋਲਿਟਿਕਸ ਰਿਹਾ ਹੈ ਅਸੀਂ ਜਾਣਦੇ ਹਾਂ ਕਿ ਜੋ ਬਾਈਡਨ ਸਾਹਿਬ ਦੀਆਂ ਆਪਣੀਆਂ ਕਈ ਲਿਮਿਟੇਸ਼ਨਸ ਵੀ ਨੇ ਔਰ ਜੇ ਅਸੀਂ ਟਰੰਪ ਜੀ ਦੀ ਗੱਲ ਕਰੀਏ ਤਾਂ ਟਰੰਪ ਜੀ ਵੀ ਕਾਫੀ ਜ਼ਿਆਦਾ ਕੰਟਰੋਵਰਸੀ 'ਚ ਰਹੇ ਨੇ ਕੋਈ ਰੇਡਸ ਵੀ ਹੋਏ ਉਹਨਾਂ ਦੇ ਉੱਤੇ ਕੋਈ ਡਾਕੂਮੈਂਟਸ ਨੂੰ ਲੈ ਕੇ ਕੋਈ ਕੰਟਰੀ ਦੇ ਸੀਕ੍ਰੇਟਸ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ ਨੇ ਸੋ ਇਹ ਸਭ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿਉਂਕਿ 2024 ਦੀ ਜਿਹੜੀ ਇਲੈਕਸ਼ਨਸ ਹੋਣੀਆਂ ਨੇ ਪ੍ਰੈਜ਼ੀਡੈਂਟ ਦੀਆਂ ਉਹਦੇ ਵਿੱਚ ਵੀ ਉਹ ਇੱਕ ਐਲੀਜੀਬਲ ਕੈਂਡੀਡੇਟ ਬਣਨਾ ਚਾਹੁੰਦੇ ਨੇ ਇਹ ਵੀ ਸਾਰਾ ਡੋਮੈਸਟਿਕ ਪੋਲਿਟਿਕਸ ਚੱਲ ਰਿਹਾ ਸੋ ਇੰਡੀਆ ਇਸ ਚੀਜ਼ ਨੂੰ ਦੇਖ ਰਿਹਾ ਕਿ ਕਿਸ ਤਰ੍ਹਾਂ ਅਮਰੀਕਾ ਦੀ ਜੋ ਜਨਤਾ ਹੈ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਇਹ ਦੋਵਾਂ ਲੀਡਰਸ ਨੂੰ ਲੈ ਕੇ ਜੋ ਬਾਈਡਨ ਐਂਡ ਡੋਨਲਡ ਟਰੰਪ ਸੋ ਜੋ ਡੋਮੈਸਟਿਕ ਪੋਲਿਟਿਕਸ ਹੈ ਉਹ ਕਿਸ ਤਰ੍ਹਾਂ ਟ੍ਰੈਂਡ ਸੈਟਰ ਰਿਹਾ ਹੈ ਇੰਟਰਨੈਸ਼ਨਲ ਪਾਲਿਸੀਜ਼ ਨੂੰ ਲੈ ਕੇ ਜੋ ਯੂਐਸ ਦੀਆਂ ਰਹੀਆਂ ਨੇ ਪੂਰੀ ਦੁਨੀਆ ਦੇ ਨਾਲ ਇਸ ਵਾਰੀ 2022 ਚ ਜਿਹੜੀ ਡੋਮੈਸਟਿਕ ਪੋਲਿਟਿਕਸ ਸੀ ਬੜੀ ਹੀ ਵਾਈਬ੍ਰੈਂਟ ਰਹੀ ਅਮਰੀਕਾ ਦੀ ਨੰਬਰ 1 ਜਿਹੜੇ ਮਿਡ ਟਰਮ ਇਲੈਕਸ਼ਨਸ ਰਹੇ ਸੀ ਅਸੀਂ ਮਿਡ ਟਰਮ ਇਲੈਕਸ਼ਨਸ ਤੇ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਮਿਡ ਟਰਮ ਇਲੈਕਸ਼ਨਸ ਚ ਬਾਈਡਨ ਨੂੰ ਭਾਵਾਂ ਜਿੱਤ ਮਿਲ ਗਈ ਲੋਕਾਂ ਨੇ ਸਪੋਰਟ ਕਰ ਦਿੱਤਾ ਲੇਕਿਨ ਜਿਹੜਾ ਰਸ਼ੀਅਨ ਕ੍ਰਾਈਸਿਸ ਸ਼ੁਰੂ ਹੋਇਆ ਸੀਗਾ ਫੈਬਰੀ ਚ ਅਮਰੀਕਾ ਵਿੱਚ ਲੋਕ ਨਾਰਾਜ਼ ਹੈ ਉਹਨਾਂ ਨੂੰ ਲੱਗਦਾ ਹੈ ਕਿ ਬਾਈਡਨ ਨੇ ਇੰਨਾ ਐਗਰੈਸਿਵਲੀ ਯੂਕਰੇਨ ਨੂੰ ਮਦਦ ਨਹੀਂ ਕੀਤੀ ਜਿੰਨੀ ਕਿ ਕਰਨੀ ਚਾਹੀਦੀ ਸੀਗੀ ਯਾਨੀ ਕਿ ਜਿਹੜੇ ਆਰਮਸ ਐਂਡ ਐਮੂਨੇਸ਼ਨ ਇੱਥੇ ਆਰਮਸ ਐਂਡ ਐਮੂਨੇਸ਼ਨ ਦਾ ਮਤਲਬ ਮੇਰੀ ਵੱਡੇ ਵੱਡੇ ਮਿਜ਼ਾਈਲਾਂ ਤੋਂ ਹੈ ਜਿਹੜੇ ਕਿ ਇੱਕ ਗੇਮ ਚੇਂਜਰ ਹੋ ਸਕਦੇ ਸੀਗੇ ਹੋਇਆ ਕਿ ਸਲੋ ਡਾਊਨ ਜਿਹੜੀ ਹੈਲਪ ਸੀਗੀ ਦੇਖੋ ਇਕਨੋਮਿਕ ਹੈਲਪ ਇਜ਼ ਅ ਸੈਪਰੇਟ ਥਿੰਗ ਲੇਕਿਨ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਅੱਜ ਅਗਰ ਅਮਰੀਕਾ ਸੁਪਰ ਪਾਵਰ ਹੈ ਇਟ ਇਜ਼ ਬਿਕੋਜ਼ ਆਫ ਦੀ ਵੈਪਨਸ ਤੇ ਜਿਹੜੀਆਂ ਮਿਜ਼ਾਈਲਸ ਦੇਣੀਆਂ ਚਾਹੀਦੀਆਂ ਸੀਗੀਆਂ ਔਰ ਬਾਈਡਨ ਨੂੰ ਇਸ ਚੀਜ਼ ਲਈ ਵੀ ਲੋਕ ਨਾਰਾਜ਼ ਹੋਏ ਬਾਈਡਨ ਤੋਂ ਕਿ ਬਾਈਡਨ ਨੂੰ ਲੱਗਦਾ ਸੀਗਾ ਕਿ ਕਿਤੇ ਮੈਂ ਪਿਊਟਿਨ ਪ੍ਰਵੋਕਡ ਨਾ ਹੋ ਜਾਣ ਤੇ ਥਰਡ ਵਰਲਡ ਵਾਰ ਨਾ ਸ਼ੁਰੂ ਹੋ ਜਾਏ ਤੁਹਾਨੂੰ ਇੱਕ ਬੜੀ ਫੇਮਸ ਸਟੇਟਮੈਂਟ ਯਾਦ ਹੋਏਗੀ ਜ਼ੈਲੈਂਸਕੀ ਸਾਹਿਬ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਵੇਅਰ ਆਰ ਐਮੂਨੇਸ਼ਨ ਇਜ਼ ਰਸ਼ੀਆ ਰਨਿੰਗ ਦੀ ਨੇਟੋ ਇੱਕ ਕੁਐਸਚਨ ਮਾਰਕ ਸੀਗਾ ਇਹ ਉਹਨਾਂ ਤੇ ਇੱਕ ਸਰਕਾਸਟਿਕ ਰਿਮਾਰਕ ਕੀਤਾ ਸੀ ਯੂਐਸਏ ਤੇ ਲੋਕ ਇਹਨੂੰ ਲੈ ਕੇ ਨਾਰਾਜ਼ ਸੀਗੇ ਦੂਸਰੀ ਅਮਰੀਕਾ ਦੇ ਅੰਦਰ ਅਸੀਂ ਅਬੋਰਸ਼ਨ ਰਾਈਟਸ ਦੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਕੀਤੀ ਸੀਗੀ ਉਹਦੇ ਨਾਲ ਵਿਮਨ ਰਾਈਟਸ ਨੂੰ ਲੈ ਕੇ ਅਮਰੀਕਾ ਥੋੜਾ ਜਿਹਾ ਪਿੱਛੇ ਨੂੰ ਚੱਲ ਗਿਆ ਹੈ ਤੇ ਲੋਕ ਇਸ ਕਰਕੇ ਵੀ ਨਾਰਾਜ਼ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਵਾਅਦਾ ਕੀਤਾ ਸੀ ਅਸੀਂ ਅਫਗਾਨਿਸਤਾਨ ਦੀਆਂ ਔਰਤਾਂ ਦਾ ਜਿਹੜਾ ਰਾਈਟਸ ਹੈ ਉਹਨਾਂ ਨੂੰ ਅਸੀਂ ਮਤਲਬ ਇੰਪਰੂਵ ਕਰਾਂਗੇ ਉਹਦੇ ਤੇ ਬਾਈਡਨ ਸਾਹਿਬ ਨੇ ਕੁਝ ਨਹੀਂ ਕੀਤਾ ਇੱਕ ਤੇ ਡੋਮੈਸਟਿਕ ਰੀਜ਼ਨ ਇਹ ਵੀ ਹੈ ਦੂਸਰੀ ਜੇ ਅਸੀਂ ਡੋਮੈਸਟਿਕਲੀ ਦੇਖਿਆ ਜਾਏ ਤੇ ਚਾਈਨਾ ਨੂੰ ਕੰਟੇਨ ਕਰਨ ਲਈ ਅਮਰੀਕਾ ਦੇ ਅੰਦਰ ਜਿੰਨੇ ਵੀ ਜਿਹੜੇ ਚਿਪਸ ਬਣਾ ਰਹੀਆਂ ਫੈਕਟਰੀਜ਼ ਹੈ ਜਾਂ ਜਿਹਨੂੰ ਸੈਮੀ ਕੰਡਕਟਰ ਕਹਿੰਦੇ ਤੇ ਉਹਦੇ ਤੇ ਰੋਕਥਾਮ ਲੱਗੀ ਹੋਈ ਹੈ ਇਹ ਉਹਨਾਂ ਦੀ ਇੱਕ ਇੰਟਰਨਲ ਨੀਤੀ ਹੈ ਜਿਹਦਾ ਇੰਪਲੀਕੇਸ਼ਨ ਇੰਟਰਨੈਸ਼ਨਲ ਲੈਵਲ ਤੇ ਹੋਣਾ ਹੈ ਜਿਹੜਾ ਕਿ ਚਾਈਨਾ ਨੂੰ ਰੋਕਣ ਲਈ ਹੈ ਇੱਕ ਹੋਰ ਉਹਨਾਂ ਦੇ ਅੰਦਰ ਨੀਤੀ ਹੈ ਚਾਈਨਾ ਨੇ ਉੱਥੇ ਇੱਕ ਪ੍ਰੋਗਰਾਮ ਚਲਾਉਂਦਾ ਹੈ ਜਿਹਦੇ ਚੋਂ ਕੀ ਕਰਦਾ ਕਿ ਉਹਨਾਂ ਦੇ ਜਿਹੜੇ ਇੰਟੈਲੈਕਚੁਅਲਸ ਹੈ ਜਿਹੜੇ ਸਾਇੰਟਿਸਟ ਨੇ ਅਮਰੀਕਾ ਦੇ ਵਿੱਚ ਰਹਿ ਕਰਕੇ ਉਹਨਾਂ ਨੂੰ ਕਾਫੀ ਏਡ ਦਿੱਤੀ ਜਾਂਦੀ ਹੈ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਦੇ ਉੱਤੇ ਵੀ ਚੈੱਕ ਲਗਾ ਰਿਹਾ ਕਿ ਉਹਨਾਂ ਦੇ ਘਰ ਦੇ ਅੰਦਰ ਉਹ ਚੀਜ਼ਾਂ ਰੋਕੀਆਂ ਜਾਣ ਜਿਹਦੇ ਨਾਲ ਉਹ ਜਿਹੜੀ ਬਾਹਰ ਦੀ ਇੰਟਰਨੈਸ਼ਨਲ ਰਿਲੇਸ਼ਨ ਜੋ ਚਾਹੁੰਦੇ ਨੇ ਜਿੱਦਾਂ ਉਹ ਅਮਰੀਕਾ ਕੰਟੇਨ ਕਰਨਾ ਚਾਹੁੰਦੇ ਨੇ ਚਾਈਨਾ ਨੂੰ ਤੇ ਉਹ ਕਰ ਸਕਣ ਤੇ ਇਸ ਤਰ੍ਹਾਂ ਜਿਹੜੀ ਡੋਮੈਸਟਿਕ ਪੋਲਿਟਿਕਸ ਹੈ ਉਹ ਕਿਤੇ ਨਾ ਕਿਤੇ ਅਸਰ ਪਾ ਰਹੀ ਹੈ ਅੰਤਰਰਾਸ਼ਟਰੀ ਸੰਬੰਧਾਂ ਤੇ ਜੀ ਜ਼ਰੂਰ ਅਸਰ ਪਾ ਰਹੀ ਹੈ ਬਿਕੋਜ਼ ਜਦੋਂ ਤੱਕ ਤੁਸੀਂ ਇੰਟਰਨਲੀ ਪੋਲੀਟੀਕਲੀ ਔਰ ਸੋਸ਼ਲੀ ਔਰ ਇਕਨੋਮਿਕਲੀ ਸਟੇਬਲ ਨਹੀਂ ਹੋ ਉਦੋਂ ਤੱਕ ਤੁਸੀਂ ਫੋਰਨ ਪਾਲਿਸੀ ਡਿਜ਼ਾਈਨ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪਣੇ ਹੀ ਝਗੜਿਆਂ ਦੇ ਵਿੱਚ ਉਲਝੇ ਰਹਿੰਦੇ ਹੋ ਪਰ ਠੀਕ ਹੈ ਥਿੰਕ ਟੈਂਕਸ ਬੈਠੇ ਨੇ ਔਰ ਹਮੇਸ਼ਾ ਇੱਕ ਡਿਪਲੋਮੈਟਿਕ ਰਿਲੇਸ਼ਨਸ ਵਾਸਤੇ ਵੱਡੇ ਵੱਡੇ ਡਿਪਲੋਮੈਟ ਔਰ ਰਾਜਦੂਤ ਹਰ ਥਾਂ ਦੇ ਉੱਤੇ ਮੌਜੂਦ ਰਹਿੰਦੇ ਨੇ ਸੋ ਮਾਈਨਿਊਟਲੀ ਦੇਖਦੇ ਨੇ ਔਰ ਵਾਕਈ ਇਹਨਾਂ ਦੀਆਂ ਜੋ ਲੌਬੀਜ਼ ਬਣੀਆਂ ਹੁੰਦੀਆਂ ਨੇ ਹਮੇਸ਼ਾ ਦੇਖਦੀਆਂ ਨੇ ਕਿ ਕਿਸ ਕੰਟਰੀ ਨਾਲ ਕਿਸ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਉੱਥੇ ਜਾ ਕੇ ਕਿੱਦਾਂ ਦੇ ਰਿਲੇਸ਼ਨਸ ਬਣ ਸਕਦੇ ਨੇ ਸੋ ਪੂਰੀ ਵਰਲਡ ਪੋਲਿਟਿਕਸ ਹੈ ਇਸ ਵਕਤ ਜੋ ਦੁਨੀਆ ਦੇ ਇੱਕ ਇਨਵਾਇਰਨਮੈਂਟ ਨੂੰ ਸ਼ੇਪ ਅਪ ਕਰ ਰਹੀ ਹੈ ਚਾਹੇ ਉਹ ਪੋਲੀਟੀਕਲ ਹੈ ਚਾਹੇ ਉਹ ਇਕਨੋਮਿਕ ਹੈ ਚਾਹੇ ਉਹ ਵੈਸੇ ਨੈਚੁਰਲ ਇਨਵਾਇਰਨਮੈਂਟ ਹੈ ਉਸ ਨੂੰ ਡਿਜ਼ਾਈਨ ਕਰ ਰਹੀ ਹੈ ਯੂਕਰੇਨ ਐਂਡ ਰਸ਼ੀਆ ਦੀ ਵਾਰ ਖਾਸ ਕਰਕੇ ਇੰਪੈਕਟ ਪਾ ਰਹੀ ਹੈ ਔਰ ਜਿਹੜੇ એનર્ਜੀ ਕ੍ਰਾਈਸਿਸ ਪੈਦਾ ਹੋ ਚੁੱਕੇ ਨੇ ਉਸ ਕਰਕੇ ਵੀ
ਔਰ ਉਸ ਤੋਂ ਬਾਅਦ ਜੋ ਕਰੋਨਾ ਵਾਇਰਸ 19 ਦਾ ਜੋ ਇੰਪੈਕਟ ਰਿਹਾ ਹੈ ਉਹ ਵੀ ਉਹਦੇ ਵੇਰੀਐਂਟਸ ਦਾ ਵੀ ਜੋ ਇੰਪੈਕਟ ਰਿਹਾ ਹੈ ਉਸ ਕਰਕੇ ਵੀ। ਸੋ ਇਹ ਸਭ ਚੀਜ਼ਾਂ ਦੇਖਦੇ ਹੋਏ ਹਰ ਦੇਸ਼ ਆਪਣਾ ਫਾਇਦਾ ਦੇਖਦਾ ਹੈ, ਕਿਉਂਕਿ ਬਾਟਮ ਲਾਈਨ ਇਜ਼ ਪ੍ਰੋਫਿਟ। ਹਰ ਬੰਦਾ ਆਪਣਾ ਟ੍ਰੇਡ ਪ੍ਰੋਫਿਟ ਦੇਖਦਾ ਹੈ, ਕਿੱਥੇ ਕਿਹੜੀ ਮਾਰਕੀਟ ਮਿਲ ਸਕਦੀ ਹੈ ਮੈਨੂੰ ਆਪਣੀਆਂ ਚੀਜ਼ਾਂ ਨੂੰ ਸੈਲ ਕਰਨ ਵਾਸਤੇ, ਵੇਚਣ ਵਾਸਤੇ। ਸੋ ਇਸ ਸਭ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੇਮਸ ਖੇਡੀਆਂ ਜਾਂਦੀਆਂ ਨੇ ਰਾਜਨੀਤਿਕ, ਔਰ ਇਸਲਾਮਿਕ ਵਰਲਡ ਦਾ ਉਹਦੇ ਵਿੱਚ ਆਪਣਾ ਇੱਕ ਇਨਪੁਟ ਰਿਹਾ ਹੈ, ਉਹ ਵੀ ਅਸੀਂ ਕੰਸੀਡਰ ਕਰਦੇ ਹਾਂ। ਸੋ ਇਹ ਸਭ ਦੇਖਦੇ ਹੋਏ ਜੇ ਅਸੀਂ ਦੇਖੀਏ ਕਿ US ਵੱਲੋਂ ਤੇ ਬਾਕੀ ਕੰਟਰੀਜ਼ ਵੱਲੋਂ, ਯਾਨੀ ਕਿ ਟੋਟਲ ਜੋ ਇੰਟਰਨੈਸ਼ਨਲ ਫੈਮਿਲੀ ਹੈ ਸਾਡੀ ਵੱਖ-ਵੱਖ ਦੇਸ਼ਾਂ ਦੀ, ਉਹਨਾਂ ਵੱਲੋਂ ਉਹ ਕਿਹੜੀਆਂ ਗਲੋਬਲ ਫਾਲਟ ਲਾਈਨਸ ਨੇ, ਉਹ ਕਿਹੜੀਆਂ ਗਲਤੀਆਂ ਨੇ ਜੋ ਪੋਲੀਟੀਕਲੀ ਉਹਨਾਂ ਨੇ ਕੀਤੀਆਂ ਨੇ, ਕਿਉਂਕਿ ਪੋਲੀਟੀਕਲੀ ਕਰੈਕਟ ਹੋਣਾ ਸਭ ਚਾਹੁੰਦੇ ਨੇ, ਪਰ ਕਈ ਵਾਰ ਨਾ ਚਾਹੁੰਦੇ ਹੋਏ ਵੀ ਗਲਤੀਆਂ ਹੋ ਜਾਂਦੀਆਂ ਨੇ ਆਪਣੇ ਪ੍ਰੋਫਿਟ ਨੂੰ ਸਾਹਮਣੇ ਰੱਖ ਕੇ ਜਦੋਂ ਕੋਈ ਵੀ ਗੇਮ ਖੇਡੀ ਜਾਂਦੀ ਹੈ। ਸੋ ਮੈਂ ਇੱਕ ਚੀਜ਼ ਇਹ ਤੋਂ ਪੁੱਛਣਾ ਚਾਹੁੰਦਾ, ਜੋ ਫਲੈਟ ਕੁਐਸਚਨ ਹੈ ਮੇਰਾ, ਕਿ ਗਲੋਬਲ ਫਾਲਟ ਲਾਈਨਸ ਕਿਹੜੀਆਂ ਰਹੀਆਂ ਨੇ ਜਿਹਨੇ ਪੂਰੀ ਪੋਲਿਟਿਕਸ ਨੂੰ, ਦੁਨੀਆ ਦੀ ਨੂੰ ਇੰਪੈਕਟ ਕੀਤਾ ਹੈ, ਔਰ ਖਾਸ ਕਰਕੇ US ਵੱਲੋਂ ਕਿਹੜੀਆਂ ਫਾਲਟ ਲਾਈਨਸ ਰਹੀਆਂ ਨੇ? ਜੇ ਅਸੀਂ ਫਾਲਟ ਲਾਈਨ ਸਮਝਣੀ ਹੈ ਨਾ, ਤਾਂ ਇੱਕ ਕਲਾਸਰੂਮ 'ਚ ਜੇ ਅਸੀਂ ਚਲੇ ਜਾਈਏ, ਠੀਕ ਹੈ, ਟੀਚਰ ਨਾ ਆਵੇ ਕਲਾਸ 'ਚ ਤੇ ਸਾਰੇ ਬੱਚੇ ਰੌਲਾ ਪਾ ਰਹੇ ਹੁੰਦੇ ਆ। When the cat is away, mice will play. Yes. ਫਾਲਟ ਲਾਈਨ ਹੈ ਬੈਲੈਂਸ ਆਫ ਪਾਵਰ। ਇੱਥੇ ਜਿਹੜਾ ਸ਼ਿਫਟਿੰਗ ਬੈਲੈਂਸ ਆਫ ਪਾਵਰ, ਜਿਹੜਾ ਬੈਲੈਂਸ ਆਫ ਪਾਵਰ ਹੈ ਉਹ ਸ਼ਿਫਟ ਹੋ ਰਿਹਾ ਹੈ ਜੀ। ਕਿ ਪਹਿਲੇ ਤਾਂ ਇਹ ਤੈਅ ਸੀਗਾ ਕਿ ਕਲਾਸ ਟੀਚਰ ਇਹਨੇ ਕਲਾਸ 'ਚ ਆਉਣਾ ਤੇ ਇਹਨੇ ਕਲਾਸ ਲੈਣੀ ਹੈ। ਹੁਣ ਝਗੜਾ ਪਿਆ ਹੋਇਆ ਕਲਾਸ ਟੀਚਰ ਕੌਣ ਹੈ, ਕਿੰਨੇ ਕਲਾਸ ਲੈਣ ਜਾਣੀ, ਤੇ ਬੱਚੇ ਰੌਲਾ ਪਾਈ ਜਾ ਰਹੇ। ਠੀਕ ਹੈ ਜੀ। ਤੇ ਹੁਣ ਦੇਖੋ ਬੈਲੈਂਸ ਆਫ ਪਾਵਰ ਦਾ ਕਿੱਦਾਂ, ਹੁਣ ਜਿੱਦਾਂ ਆ ਜਿਹੜਾ ਰਸ਼ੀਅਨ ਪ੍ਰੋਬਲਮ ਹੋਈ ਹੈ, ਰਸ਼ੀਅਨ ਵਾਰ ਹੈ ਜਿਹੜਾ, ਇਹ ਨੈਟੋ ਨੂੰ ਲੈ ਕਰਕੇ ਹੋਇਆ ਕਿ ਨੈਟੋ ਦੇ ਐਕਸਪੈਂਸ਼ਨ ਅਸੀਂ ਨਹੀਂ ਹੋਣ ਦੇਣੀ। ਪੁਟਿਨ ਚਾਹੁੰਦੇ ਨੇ, ਅਮਰੀਕਾ ਚਾਹੁੰਦੇ ਜੇ ਅਸੀਂ ਨੈਟੋ ਦੀ ਐਕਸਪੈਂਸ਼ਨ ਕਰਕੇ ਰਹਿਣੀ ਹੈ, ਔਰ ਉਹਨਾਂ ਨੇ ਇੰਨਾ ਵੱਡੀ ਕ੍ਰਾਈਸਿਸ ਚੱਲ ਰਿਹਾ, ਇਹਦੇ ਬਾਵਜੂਦ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਇਹ ਕੇਪੇਬਲ ਹੋ, ਮਤਲਬ ਦੇ ਹੈਵ ਬੀਨ ਯੂ ਨੋ I mean they were able to include the Sweden and Sweden or Finland ਇਹਨੂੰ ਨੈਟੋ 'ਚ ਫਿਰ ਪਾ ਲਿਆ। ਮਤਲਬ ਐਕਸਪੈਂਸ਼ਨ ਚੱਲੀ ਜਾ ਰਹੀ ਹੈ। ਐਕਸਪੈਂਸ਼ਨ ਨੂੰ ਰੋਕਣ ਲਈ ਹੀ ਇੰਨਾ ਵੱਡਾ ਯੂਕਰੇਨ ਕ੍ਰਾਈਸਿਸ ਹੋ ਗਿਆ, ਬਟ ਉਹ ਫਿਰ ਵੀ ਹਜੇ ਚੱਲੀ ਜਾ ਰਹੀ ਹੈ। ਨੰਬਰ 2 ਇਜ਼ ਟੈਕਨੋਲੋਜੀ ਆਊਟਰੀਚ। ਟੈਕਨੋਲੋਜੀ ਦੇ ਲਈ ਤੁਸੀਂ ਕਿਤੇ ਵੀ ਕੁਝ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ ਇਸੇ ਸਾਲ ਅਮਰੀਕਾ ਨੇ ਅਫਗਾਨਿਸਤਾਨ ਦੇ ਅੰਦਰ ਅਲ-ਕਾਇਦਾ ਦਾ ਜਿਹੜਾ ਆਫੀਸ਼ੀਅਲ ਸੀ ਉਹਨੂੰ ਡਰੋਨ ਸਟ੍ਰਾਈਕ ਦੇ ਦੁਆਰਾ ਅਟੈਕ ਕਰਵਾਤਾ। ਤੇ ਇਹ ਵੀ ਕਿਤੇ ਨਾ ਕਿਤੇ ਇਹਦੇ ਵੀ ਆ ਕੇ ਇੰਪਲੀਕੇਸ਼ਨਸ ਆਉਣ ਵਾਲੇ ਯੁੱਗ 'ਚ ਹੋਣੇ। ਆਉਣ ਵਾਲੇ ਯੁੱਗ 'ਚ ਜਿਹੜੀ ਡਰੋਨ ਟੈਕਨੋਲੋਜੀ ਹੈ ਨਾ, ਉਹ ਇੰਨੀ ਕੁ ਜ਼ਿਆਦਾ ਐਡਵਾਂਸ ਹੋ ਜਾਣੀ ਹੈ ਕਿ ਇੱਕ ਨਵੀਂ ਕਿਸਮ ਦੀ ਪ੍ਰੋਬਲਮ ਪੈਦਾ ਹੋ ਜਾਣੀ ਹੈ। ਠੀਕ ਹੈ ਨਾ, ਨਿਊਕਲੀਅਰ ਦੀ ਲੋੜ ਨਹੀਂ ਉਹਦੇ ਲਈ। ਥਰਡ ਜਿਹੜਾ ਫਾਲਟ ਲਾਈਨ ਆਈ ਹੈ ਇੰਸਟੀਟਿਊਸ਼ਨਲ ਡਿਕੇ। ਇੰਸਟੀਟਿਊਸ਼ਨ ਜਦੋਂ ਮੈਂ ਇੱਥੇ ਕਹਿੰਦੀ ਤੇ ਇੱਥੇ ਮੈਂ IMF ਨੂੰ ਕਹਿ ਰਹੀ ਹਾਂ, ਇੱਥੇ ਮੈਂ ਵਰਲਡ ਬੈਂਕ ਨੂੰ ਕਹਿ ਰਹੀ ਹਾਂ, ਇੱਥੇ ਮੈਂ ਯੂਨਾਈਟਿਡ ਨੇਸ਼ਨ ਨੂੰ ਕਹਿ ਰਹੀ, ਮੈਂ G7 ਨੂੰ ਕਹਿ ਰਹੀ, ਮੈਂ G20 ਨੂੰ ਕਹਿ ਰਹੀ ਹਾਂ। ਸਾਰੇ ਇੰਸਟੀਟਿਊਸ਼ਨਲ ਮੈਕੈਨਿਜ਼ਮ ਹੈ ਜਿਹਦੇ ਥਰੂ ਅੰਤਰਰਾਸ਼ਟਰੀ ਗਵਰਨੈਂਸ ਚੱਲਦੀ ਹੈ, ਉਹਦੇ 'ਚ ਕਿਤੇ ਨਾ ਕਿਤੇ ਫਾਲਟ ਲਾਈਨ ਹੈ। ਇਸੇ ਕਰਕੇ ਅੱਜ ਸਾਡੇ ਸਾਹਮਣੇ ਅੰਤਰਰਾਸ਼ਟਰੀ ਸਮੱਸਿਆਵਾਂ ਨੇ। ਇਹ ਇੱਕ ਬੜੀ ਹੀ ਵੱਡੀ ਫਾਲਟ ਲਾਈਨ ਹੈ ਜਿਹਦੇ ਨਾਲ ਸਾਨੂੰ ਡੀਲ ਕਰਨਾ ਪੈਣਾ। ਫਿਰ ਹੈ ਗਲੋਬਲ ਇਨਫਲੇਸ਼ਨ। Because of the Ukrainian crisis, global inflation, ਗਰੀਬੀ ਕਰਕੇ ਤਾਂ ਹੋਰ ਸਮੱਸਿਆਵਾਂ ਮਤਲਬ ਬਹੁਤ ਜ਼ਿਆਦਾ ਅੱਗੇ ਆ ਜਾਣੀਆਂ। ਠੀਕ ਹੈ, ਇਹ ਆਪਣੇ ਆਪ 'ਚ ਇੱਕ ਬਹੁਤ ਹੀ ਵੱਡਾ ਟੈਰਰਿਜ਼ਮ ਹੈ। ਮਤਲਬ ਪਾਵਰਟੀ ਦਾ ਇਨਫਲੇਸ਼ਨ ਆਪਣੇ ਆਪ 'ਚ ਇੱਕ ਟੈਰਰ ਹੈਗਾ। ਉਸ ਤੋਂ ਬਾਅਦ ਹੈ ਕਲਾਈਮੇਟ ਚੇਂਜ 'ਚ ਜਿਹੜੀਆਂ ਪ੍ਰੋਬਲਮ ਆ ਰਹੀਆਂ। ਦੇਖੋ ਅਸੀਂ ਸਸਟੇਨੇਬਿਲਿਟੀ ਦੀ ਗੱਲ ਕੀਤੀ ਸੀ। ਅਸੀਂ ਕਿਹਾ ਸੀਗਾ ਕਿ ਸਾਡਾ ਜਿਹੜੀ ਦੁਨੀਆ ਹੈ ਉਹ ਤਬਾਹ ਨਾ ਹੋ ਜਾਏ, ਅਸੀਂ ਉਹਨੂੰ ਪ੍ਰੋਟੈਕਟ ਕਰਨਾ ਹੈ। ਹੁਣ ਜਿਹੜਾ ਸਾਲ ਹੋ ਗਿਆ ਜਿਹੜੀ ਵਾਰ ਚੱਲਦੀ ਪਈ ਰਸ਼ੀਆ 'ਚ, ਕੀ ਇਸਨੇ ਐਨਵਾਇਰਨਮੈਂਟ ਨੂੰ ਪੋਜ਼ਿਟਿਵਲੀ ਕੰਟਰੀਬਿਊਟ ਕੀਤਾ ਹੋਣਾ? ਇਹ ਫੇਲਿਅਰ ਹੈ ਸਾਡਾ ਇੱਕ ਬਹੁਤ ਵੱਡਾ। ਦੂਸਰੀ ਗੱਲ, ਚਾਈਨਾ ਨੂੰ ਅਸੀਂ ਸਾਰੇ ਮਿਲ ਕੇ ਕੰਟੇਨ ਨਹੀਂ ਕਰ ਪਾਏ। ਅਸੀਂ ਜਿੰਨਾ ਮਰਜ਼ੀ ਬਾਈਡਨ ਸਾਹਿਬ ਉੱਥੇ ਬੈਠ ਕੇ ਸੈਮੀ ਕੰਡਕਟਰਸ ਦੇ ਉੱਤੇ ਕਈ ਜਾਣ ਅਸੀਂ ਨਹੀਂ ਦਿੰਦੇ ਜੀ, ਅਸੀਂ ਇੱਦਾਂ ਨਹੀਂ। ਲੇਕਿਨ ਮੈਟਰ ਆਫ ਦ ਫੈਕਟ ਇਜ਼ ਕਿ ਚਾਈਨਾ ਦੀ ਕੰਟੇਨਮੈਂਟ ਨਹੀਂ ਹੋਈ। ਔਰ ਉਸ ਤੋਂ ਵੀ ਵੱਡੀ ਜਿਹੜੀ ਫਾਲਟ ਲਾਈਨ ਹੈ ਕਿ ਜਿਹੜੀ ਸਾਡੀ ਗਲੋਬਲ ਕਲੈਕਟਿਵ ਸਿਕਿਉਰਿਟੀ ਹੈ ਉਹ ਫੇਲ ਹੋ ਗਈ। ਗਲੋਬਲ ਕਲੈਕਟਿਵ ਸਿਕਿਉਰਿਟੀ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਇੱਕ ਮੁੱਠ ਹੋ ਕੇ ਇੱਕ ਅਸੀਂ ਯੂਨਿਟੀ ਕਰਕੇ ਕਿਸੇ ਪ੍ਰੋਬਲਮ ਨੂੰ ਅਸੀਂ ਸੋਲਵ ਕਰੀਏ, ਉਹ ਕਰਨ 'ਚ ਅਸੀਂ ਫੇਲ ਹੋ ਗਏ। ਸਾਡੀ ਸਭ ਤੋਂ ਵੱਡੀ ਫਾਲਟ ਲਾਈਨ ਇਹ ਹੈ।
ਜੀ ਫਾਲਟ ਲਾਈਨ ਨੂੰ ਅਸੀਂ ਕੰਸੀਡਰ ਕਰਦੇ ਹਾਂ ਔਰ ਇਸ ਚੀਜ਼ ਨੂੰ ਦੇਖਦੇ ਹੋਏ ਦੇਖੋ ਜੋ ਗਲਤੀਆਂ ਹੋ ਚੁੱਕੀਆਂ 2022 ਦੇ ਵਿੱਚ ਉਹ ਤਾਂ ਹੋ ਚੁੱਕੀਆਂ ਨੇ, ਪਰ ਅਸੀਂ ਹੁਣ ਜੇ ਇੱਕ ਵਧੀਆ ਦੁਨੀਆ ਬਣਾਉਣਾ ਚਾਹੁੰਦੇ ਹਾਂ, ਗਲੋਬਲਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਸੋ ਉਸ ਵਾਸਤੇ ਸਾਨੂੰ ਉਹ 2022 ਦੀਆਂ ਗਲਤੀਆਂ ਤੋਂ ਸਿੱਖ ਕੇ 2023 ਦੇ ਵਾਸਤੇ ਇੱਕ ਏਜੰਡਾ, ਇੱਕ ਫਿਊਚਰ ਸਾਨੂੰ ਸੈੱਟ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਚੀਜ਼ ਹਮੇਸ਼ਾ ਕੰਸੀਡਰ ਕਰਦੇ ਹਾਂ ਕਿ ਸਾਡੇ ਕੋਲ ਇੱਕ ਥੀਮ ਹੈ, ਸਾਡੇ ਕੋਲ ਇੱਕ ਸੋਚ ਹੈ ਕਿ ਅਸੀਂ ਗਲੋਬਲਾਈਜੇਸ਼ਨ ਕਰਨੀ ਹੈ, ਪਰ ਪ੍ਰਸਪੈਕਟਿਵ ਨਹੀਂ ਹੈ, ਕਿਉਂਕਿ ਹਰ ਦੇਸ਼ ਲਾਲਚ, ਮੇਰਾ ਫਾਇਦਾ ਜ਼ਿਆਦਾ, ਲਿਵਿੰਗ ਫॉर ਐਕਸੈਸ, ਹਰ ਥਾਂ ਦੇ ਉੱਤੇ ਮੇਰੇ ਵਾਸਤੇ ਜ਼ਿਆਦਾ ਦੂਸਰੇ ਵਾਸਤੇ ਘੱਟ, ਇਸ ਤਰ੍ਹਾਂ ਗਲੋਬਲਾਈਜੇਸ਼ਨ ਨਹੀਂ ਹੋ ਸਕਦੀ, ਕਿਉਂਕਿ ਹਰ ਕੰਟਰੀ ਦਾ ਕਲਚਰ ਹੈ, ਹਰ ਕੰਟਰੀ ਦੀ ਲੈਂਗੁਏਜ ਹੈ, ਹਰ ਕੰਟਰੀ ਦੀ ਹਿਸਟਰੀ ਹੈ, ਹਰ ਕੰਟਰੀ ਦਾ ਲਿਵਿੰਗ ਸਟਾਈਲ ਹੈ, ਹਰ ਕੰਟਰੀ ਦੇ ਟ੍ਰੈਂਡਸ ਨੇ, ਉਹਨਾਂ ਸਭ ਦੇ ਵਿੱਚੋਂ ਇੱਕ ਖਾਸ ਇੱਕ ਸਿੱਧੀ ਸਟ੍ਰੇਟ ਲਾਈਨ ਕਿਵੇਂ ਕੱਢ ਸਕਦੇ ਹਾਂ ਇਹ ਸੋਚਣਾ ਪਏਗਾ। ਸਾਡਾ ਪ੍ਰਸਪੈਕਟਿਵ ਕਲੀਅਰ ਹੋਣਾ ਚਾਹੀਦਾ ਕਿ ਸਭ ਦੇ ਵਾਸਤੇ ਵਿਨ ਵਿਨ ਸਿਚੁਏਸ਼ਨ ਹੋਵੇ, ਸਭ ਦਾ ਫਾਇਦਾ ਹੋਵੇ, ਇਹ ਨਹੀਂ ਕਿ ਮੇਰਾ ਫਾਇਦਾ ਜ਼ਿਆਦਾ ਔਰ ਦੂਸਰਾ ਮੇਰੇ ਹੇਠਾਂ ਲੱਗ ਜਾਏ, ਮੇਰੇ ਥੱਲੇ ਲੱਗ ਕੇ ਚੱਲੇ, ਮੈਂ ਉਹਨੂੰ ਡੋਮੀਨੇਟ ਕਰਾਂ, ਇਸ ਤਰ੍ਹਾਂ ਗਲੋਬਲਾਈਜੇਸ਼ਨ ਨਹੀਂ ਹੋਏਗੀ। ਇੱਦਾਂ ਤੁਸੀਂ ਦੂਜੇ ਨੂੰ ਗੁਲਾਮ ਬਣਾਉਣ ਦੀ ਸੋਚ ਰੱਖਦੇ ਹੋ, ਆਪਣਾ ਸਾਥੀ ਬਣਾਉਣ ਦੀ ਨਹੀਂ। ਤੁਸੀਂ ਦੂਸਰੇ ਦੀ ਐਗਜ਼ਿਸਟੈਂਸ ਨੂੰ ਜਦੋਂ ਤੱਕ ਐਕਸੈਪਟ ਨਹੀਂ ਕਰਦੇ ਹੋ, ਟੋਲਰੈਂਟ ਨਹੀਂ ਹੁੰਦੇ ਹੋ, ਦੂਸਰੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ ਹੋ, ਉਦੋਂ ਤੱਕ ਗਲੋਬਲਾਈਜੇਸ਼ਨ ਹੋਣਾ ਮੁਮਕਿਨ ਨਹੀਂ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਣਗੀਆਂ, ਸੋਚ ਬਦਲਣੀ ਪਏਗੀ, ਸਭ ਨੂੰ ਇਕੱਠਾ ਲੈ ਕੇ ਤੁਰਨਾ ਪਏਗਾ, ਤਾਂ ਗਲੋਬਲਾਈਜੇਸ਼ਨ ਵੱਲ ਵੱਧ ਸਕਦੇ ਹਾਂ। ਹਮੇਸ਼ਾ ਅਟੈਕਸ ਕਰਕੇ, ਬੌਮਬਸ ਮਾਰ ਕੇ ਔਰ ਵਾਰਸ ਕਰਕੇ ਗਲੋਬਲਾਈਜੇਸ਼ਨ ਨਹੀਂ ਹੋ ਸਕਦੀ। ਦੂਸਰੇ ਨੂੰ ਗੁਲਾਮ ਬਣਾ ਕੇ ਨਹੀਂ, ਦੂਸਰੇ ਨੂੰ ਮਿੱਤਰ ਬਣਾ ਕੇ, ਦੋਸਤ ਬਣਾ ਕੇ ਗਲੋਬਲਾਈਜੇਸ਼ਨ ਹੋ ਸਕਦੀ ਆ। ਸੋ ਇਸ ਸਿਨੈਰੀਓ ਦੇ ਵਿੱਚ ਲਿਵਿੰਗ ਔਨ ਦੀ ਐਜ, ਉਹ ਕਿਹੜੇ ਦੇਸ਼ ਨੇ ਜਿਹੜੇ ਐਜ ਦੇ ਉੱਤੇ ਖੜੇ ਨੇ, ਤੇ ਜਿਹੜੇ ਦੇਸ਼ ਫਾਇਦੇ ਵਿੱਚ ਨੇ ਉਹ ਕਿਹੜੇ ਦੇਸ਼ ਨੇ, ਤਾਂ ਕਿ ਅਸੀਂ ਅੱਗੇ ਵਧਾਈਏ 2023 ਦੇ ਵੱਲ ਕਦਮ ਆਪਣੇ। ਇਦਾਂ ਹੈ ਕਿ ਇੱਕ ਨਾ ਬੜਾ ਸੋਸ਼ਲ ਡਿਸਕੰਟੈਂਟ ਹੈ ਜੀ। ਰਿਪੋਰਟ ਆਈ ਹੈ ਗਲੋਬਲ ਰਿਸਕ ਰਿਪੋਰਟ 2022 ਚ ਜੀ। ਇਹ ਰਿਪੋਰਟ ਇਹ ਦੱਸਦੀ ਹੈ ਕਿ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਜਿਹੜੇ ਦੋਨੋਂ ਮੁਲਕ ਹੈ ਨਾ, ਦੋਨਾਂ ਦਾ ਫੇਲਿਅਰ ਇਹ ਸ਼ੋ ਕਰ ਰਿਹਾ ਹੈ। ਦੋਨੋਂ ਮਤਲਬ ਦੋਨਾਂ ਸਿਸਟਮਸ ਜਿਹੜੇ ਲੋਕ ਰਹਿ ਰਹੇ ਆ ਨਾ, ਲੋਕ ਖੁਸ਼ ਨਹੀਂ ਹੈ। ਮਤਲਬ ਡੈਮੋਕ੍ਰੇਸੀ ਵੀ ਫੇਲ ਹੁੰਦੀ ਨਜ਼ਰ ਆ ਰਹੀ, ਡਿਕਟੇਟਰਸ਼ਿਪ ਵੀ। ਸ਼ੋਰ। ਡਿਕਟੇਟਰਸ਼ਿਪ ਇੱਥੇ ਰਸ਼ੀਆ ਐਂਡ ਅਗਰ ਚਾਈਨਾ ਨੂੰ ਅਸੀਂ ਲੈ ਲਈਏ, ਡੈਮੋਕ੍ਰੇਸੀ ਅਮਰੀਕਾ ਹੈ। ਦੋਨੋਂ ਪਾਸੇ ਦੇ ਜੇ ਨਾਗਰਿਕਾਂ ਨੂੰ ਅਸੀਂ ਪੁੱਛ ਲਈਏ ਤਾਂ ਦੋਨੋਂ ਹੀ ਉਹਨਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ। ਨੰਬਰ 2, now there are countries like Lebanon, Turkey, Iran, ਜਿੱਥੇ ਕਿ ਇਨਫਲੇਸ਼ਨ 165% ਤੱਕ ਪਹੁੰਚ ਗਈ ਹੈ ਜੀ। ਠੀਕ ਹੈ, which is not a good sign. ਨੰਬਰ 3, ਜਿਹੜੇ ਸਾਡੇ ਡੈਟਸ ਅਸੀਂ ਲੈ ਲੈਂਦੇ ਹਾਂ, ਡੈਟ ਦਾ ਜਿਹੜਾ ਕ੍ਰਾਈਸਿਸ ਹੈ, ਜਿਹੜਾ ਕਿ ਸ਼੍ਰੀਲੰਕਾ 'ਚ ਹੋਇਆ ਸੀਗਾ ਇਨ ਸਮਰਸ ਆਫ 2022 'ਚ ਸ਼੍ਰੀਲੰਕਾ, ਜੇ ਤੁਹਾਨੂੰ ਯਾਦ ਹੋਵੇ ਤੇ ਬਹੁਤ ਹੀ ਮਾੜੇ ਹਾਲਾਤਾਂ 'ਚੋਂ ਨਿਕਲਿਆ ਸੀਗਾ। ਜੀ। debt crises are expected in the year 2023. Now the next is कि ਜਿਹੜੀ basic good accessibility ਹੈ ਜੀ, ਸਾਰਿਆਂ ਨੂੰ ਸੁੱਖ ਸੁਵਿਧਾਵਾਂ ਪਹੁੰਚਣ, ਸਾਰਿਆਂ ਨੂੰ ਗੈਸ ਦੀ ਅਗਰ ਜ਼ਰੂਰਤ ਹੈ ਉਹ ਪਹੁੰਚੇ, ਸਾਰਿਆਂ ਨੂੰ ਅਗਰ ਕੋਈ ਕਿਸੇ ਵੀ ਤਰ੍ਹਾਂ ਦੀ ਮਕੈਨਿਕਸ ਦੀ ਜ਼ਰੂਰਤ ਹੈ ਉਹ ਪਹੁੰਚੇ, ਜਾਂ ਟੈਕਨੋਲੋਜੀ ਦੀ ਟ੍ਰਾਂਸਫਰ ਉਹ ਪਹੁੰਚੇ। ਉਹਦੇ 'ਚ ਇਸ ਟਾਈਮ ਰੁਕਾਵਟ ਆਈ ਹੋਈ ਹੈ ਔਰ ਉਹਨੂੰ ਬੜਾ ਡਾਊਨ ਤੇ ਲੈ ਕੇ ਆਇਆ ਹੈ ਜਿਹੜਾ ਸਾਡਾ ਰਸ਼ੀਅਨ ਵਾਰ ਜਿਹੜਾ ਚੱਲ ਰਿਹਾ। ਠੀਕ ਹੈ, ਇਹਦੇ 'ਚ ਮੈਨੂੰ ਯਾਦ ਆ ਰਿਹਾ ਸ਼ਬਦ ਇਮੈਨੂਅਲ ਮੈਕਰੋਨ ਨੇ, ਜਿਨ੍ਹਾਂ ਨੇ ਕਿਹਾ ਐਂਡ ਆਫ ਅਬੈਂਡੈਂਸ, एंड ऑफ अबेंडेंस। और फिर कई इकोनॉमिस्ट कहते हैं कि एंड ऑफ चीप, मतलब सस्ते च जो चीज़ां मिलदियां सी ओदा भी पतन हो रहा है। मैनूं अज बैठे बैठे याद आ रहा है कि जदों असीं फॉरेन पॉलिसी अपनी क्लासरूम च बैठ के पढ़दे हुंदे सीगे, सानूं जदों समझाया जांदा सीगा ग्लोबल साउथ ते ग्लोबल नॉर्थ डिवाइड की है, सानूं दस्सिया ये जांदा सीगा कि जिहड़ा नॉर्थ है, नॉर्थ मतलब डिवेलप्ड मुल्क, ਉਹਨਾਂ ਕੋ 20% ਖਾਣ ਵਾਲੇ ਲੋਕ ਨੇ ਤੇ 80% ਰਿਸੋਰਸਿਸ ਨੇ। ਤੇ ਜਿਹੜਾ ਗਲੋਬਲ ਸਾਊਥ ਹੈ, ਸਾਊਥ ਮਤਲਬ ਅੰਡਰ ਡਿਵੈਲਪਡ ਕੰਟਰੀ, ਇੰਡੀਆ ਬੀਇੰਗ ਵਨ ਆਫ them, ਉਹਦੇ ਚ 20% ਖਾਣ ਵਾਲੇ ਲੋਕ ਹੈ ਤੇ 80% ਰਿਸੋਰਸਿਸ ਨੇ। ਠੀਕ ਹੈ, ਇਹ ਜਿਹੜਾ ਰਿਸੋਰਸਿਸ, ਕਿੰਨੀਆਂ ਰਿਸੋਰਸਿਸ ਤੁਹਾਡੇ ਕੋਲ, ਕਿੰਨੇ ਤੁਹਾਡੀ ਜ਼ਰੂਰਤ ਹੈ, ਉਹਦੀ ਜਿਹੜੀ ਇੱਕ ਸੈਟਿੰਗ ਹੋ ਰਹੀ ਹੈ ਨਾ, ਉਹਨੇ ਐਕਚੁਅਲੀ ਸਾਰਾ ਕੁਝ ਇਹਨੂੰ ਡਿਸਟਰਬ ਕੀਤਾ ਹੋਇਆ। एग्जैक्टली, क्योंकि नेचुरली बैलेंस ऑफ पावर और जो रिसोर्सिस ने, सोर्सिस ने, उन्हें डिवाइड किद्दां करते हैं। कुछ लोग ਉਹਦੇ ਉੱਤੇ ਕਬਜ਼ਾ ਇੰਨਾ ਕਰਨਾ ਚਾਹੁੰਦੇ ਨੇ ਕਿ ਦੂਜੇ ਵਾਸਤੇ ਕੁਝ ਛੱਡਣਾ ਹੀ ਨਹੀਂ ਚਾਹੁੰਦੇ। ਸੋ
ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਔਰ ਅਗਲਾ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਬਰੀਫ ਆਨਸਰ ਚਾਹਾਂਗਾ। ਡਿਕਟੇਟਰਸ਼ਿਪ ਓਕੇ ਕਲੀਅਰ ਹੋ ਜਾਂਦਾ ਹੈ। ਹੁਣ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ, ਇੰਡੀਆ ਲਾਰਜੈਸਟ ਡੈਮੋਕ੍ਰੇਸੀ, ਅਮਰੀਕਾ ਓਲਡੈਸਟ ਡੈਮੋਕ੍ਰੇਸੀ। ਔਰ ਐਕਸਪਰਟਸ ਕਹਿੰਦੇ ਨੇ ਕਿ ਡੈਮੋਕ੍ਰੇਸੀ ਸਿਰਫ ਕਹਿਣ ਨੂੰ ਹੁੰਦੀ ਹੈ, ਸਿਰਫ ਦਿਖਾਉਣ ਨੂੰ ਹੁੰਦੀ ਹੈ, ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਇਟ ਇਜ਼ ਆਲਵੇਜ਼ ਡਿਕਟੇਟਰਸ਼ਿਪ ਇਨ ਗਾਈਜ਼ ਆਫ ਡੈਮੋਕ੍ਰੇਸੀ। ਇਜ਼ ਇਟ ਰਾਈਟ? ਯੈਸ, ਕੰਨ ਚਾਹੇ ਏਦਾਂ ਪਕੜ ਲਓ ਚਾਹੇ ਏਦਾਂ ਕਰਕੇ ਪਕੜ ਲਓ ਘੁਮਾ ਕੇ। ਓਕੇ ਓਕੇ, ਮਤਲਬ ਇਹ ਹੈ ਕਿ ਹੁਣ ਆਪਾਂ ਜੇ ਸਿੱਧੀ ਗੱਲ ਕਹੀਏ ਤਾਂ ਹਮੇਸ਼ਾ ਡਿਕਟੇਟਰਸ਼ਿਪ ਹੀ ਹੁੰਦੀ ਹੈ। ਲੇਕਿਨ ਫਿਰ ਕੰਟਰੋਲਿੰਗ ਗ੍ਰਿਡ ਆ ਕੇ ਕਿਸ ਤਰ੍ਹਾਂ ਸਿਟੀਜ਼ਨਸ ਨੂੰ ਤੁਸੀਂ ਕੰਟਰੋਲ ਕਰਨਾ ਹੈ ਔਰ ਆਪਣੇ ਮੁਤਾबिक ਚਲਾਉਣਾ ਹੈ। ਇਜ਼ ਇਟ ਰਾਈਟ ਮੈਮ? ਲੇਕਿਨ ਫਿਰ ਵੀ ਬਹੁਤ ਸਾਰੇ ਜਿੰਨੇ ਵੀ ਪੋਲੀਟੀਕਲ ਪੰਡਿਤਸ ਨੇ, ਜਿੰਨੇ ਵੀ ਐਨਾਲਿਸਟ ਨੇ, ਜਾਂ ਜਿਹੜੇ ਸਾਡੇ ਵੱਡੇ ਵੱਡੇ ਵਿਦਵਾਨ ਨੇ, ਚਾਹੇ ਤੁਸੀਂ ਪਲੈਟੋ ਤੋਂ ਸ਼ੁਰੂ ਕਰ ਲਓ, ਪਲੈਟੋ, ਅਰਿਸਟੋਟਲ, ਫਿਰ ਵੀ definitely democracy is the better version of any political system। ਫਿਰ ਵੀ ਡੈਮੋਕ੍ਰੇਸੀ ਚ ਅਸੀਂ 19-21 ਦਾ ਫਰਕ ਕਹਿੰਦੇ ਤਾਂ ਫਿਰ 19 ਜਿਹੜੀ ਉਹ ਡੈਮੋਕ੍ਰੇਸੀ, 21 ਜਿਹੜੀ ਡਿਕਟੇਟਰਸ਼ਿਪ ਹੈ। ਫਿਰ ਵੀ ਮਤਲਬ ਲੋਕ ਡੈਮੋਕ੍ਰੇਸੀ ਨੂੰ ਹੀ ਪਸੰਦ ਕਰਦੇ ਨੇ। ਬਿਲਕੁਲ ਕਰਦੇ ਨੇ। ਸੋ ਇੱਕ ਸਟੇਟਮੈਂਟ ਹਮੇਸ਼ਾ ਦਿੱਤੀ ਜਾਂਦੀ ਹੈ ਕਿ ਸਲੇਵਰੀ ਇਜ਼ ਐਨ ਆਫੀਸ਼ੀਅਲ ਪੋਲਿਸੀ। ਇਜ਼ ਇਟ ਰਾਈਟ ਮੈਮ? थोड़ा बिटर है बट ट्रुथ है, दैट्स द ट्रुथ। यस। सो ਆਪਾਂ ਇਸੇ ਲਾਈਟ 'ਚ ਅੱਗੇ ਵਧਦੇ ਹਾਂ ਕਿ 2023 ਦੇ ਵਿੱਚ ਕਿਹੜੇ ਟ੍ਰੈਂਡਸ ਰਹਿ ਸਕਦੇ ਨੇ, ਫਿਊਚਰ ਨੂੰ ਲੈ ਕੇ ਆਪਾਂ ਕਿਹੜੇ ਟ੍ਰੈਂਡਸ ਸੈੱਟ ਕਰ ਸਕਦੇ ਹਾਂ। ਹਿਊਮਨ ਲਾਈਫ ਮੈਟਰਸ, এনवायरमेंट ਮੈਟਰਸ, ਹਰ ਚੀਜ਼ ਮੈਟਰ ਕਰਦੀ ਹੈ ਜੋ ਲਾਈਫ ਨੂੰ ਸਪੋਰਟ ਕਰਦੀ ਹੈ। ਲਾਈਫ ਦਾ ਸਪੋਰਟ ਸਿਸਟਮ ਮੈਟਰ ਕਰੇਗਾ, ਲਾਈਫ ਦਾ ਸਪੋਰਟ ਸਿਸਟਮ ਹੀ ਸਾਨੂੰ ਅੱਗੇ ਲੈ ਕੇ ਚੱਲੇਗਾ। ਸੋ 2023 ਦੇ ਵਿੱਚ ਲਾਈਫ ਦੇ ਸਪੋਰਟ ਸਿਸਟਮ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਸ ਤਰ੍ਹਾਂ ਦੇ ਟ੍ਰੈਂਡਸ ਨੂੰ ਲੈ ਕੇ ਚੱਲੀਏ ਕਿ ਇੱਕ ਵਧੀਆ ਦੁਨੀਆ, ਇੱਕ ਵਧੀਆ ਪੀਸਫੁਲ ਹਾਰਮਨੀ, ਜਿੱਦਾਂ ਅਸੀਂ ਸੁਪਨਾ ਲੈਂਦੇ ਹਾਂ ਔਰ ਸੁਪਨਾ ਦੇਖਦੇ ਹਾਂ ਔਰ ਗੱਲਾਂ ਵੀ ਕਰਦੇ ਹਾਂ। ਯੂਨਾਈਟਿਡ ਨੇਸ਼ਨਸ ਗੱਲਾਂ ਕਰਦੇ ਨੇ, G20 ਗੱਲਾਂ ਕਰਦੇ ਨੇ, ਹੋਰ ਵੀ ਕਈ ਪਲੇਟਫਾਰਮਸ ਨੇ ਜਿੱਥੇ ਇਹੀ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਪ੍ਰੈਕਟੀਕਲੀ ਉਹ ਨਹੀਂ ਹੁੰਦਾ। ਪ੍ਰੈਕਟੀਕਲੀ ਫਿਰ ਆਪਣਾ ਲਾਲਚ ਆ ਜਾਂਦਾ ਹੈ, ਉਹ ਪਾਲਿਸੀਜ਼ ਹੀ ਇੰਪਲੀਮੈਂਟ ਨਹੀਂ ਹੁੰਦੀਆਂ, ਜੋ ਪੇਸ਼ ਕੀਤੀਆਂ ਜਾਂਦੀਆਂ ਨੇ ਉਹ ਟੇਬਲ 'ਤੇ ਰਹਿ ਜਾਂਦੀਆਂ ਨੇ, ਪ੍ਰੈਕਟੀਕਲ ਨਹੀਂ ਹੁੰਦੀਆਂ। ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਕਿੱਦਾਂ ਦੇ ਟ੍ਰੈਂਡਸ ਅਪਣਾਈਏ ਔਰ ਜਿਹਦੇ ਵਿੱਚ ਸਾਰਾ ਕੁਝ ਵਾਇਬਲ ਰਹੇਗਾ। ਔਰ ਇਸ ਤੋਂ ਅਗਲਾ ਸਟੈਪ ਹੈ ਜੋ ਮੈਂ ਉਸ ਤੋਂ ਬਾਅਦ ਪੁੱਛਾਂਗਾ, ਪਰ ਪਹਿਲਾਂ ਇਸ ਨੂੰ ਸ਼ੋਰ ਕਰ ਲਈਏ ਕਿ ਜੋ ਸਾਰੀਆਂ ਕੰਟਰੀਜ਼ ਨੇ ਮਿਲ ਕੇ ਕਰਨਾ ਹੈ। ਇਹ ਟ੍ਰੈਂਡਸ ਦੇ ਜਿਹੜੇ ਬੀਜ ਹੈ ਨਾ 2022 ਚ ਪਾਏ ਜਾ ਚੁੱਕੇ ਨੇ ਜੀ। ਠੀਕ ਹੈ ਜੀ। ਹੁਣ ਜਿਹੜਾ ਆਉਣ ਵਾਲੇ ਟਾਈਮ 'ਚ ਜਿਹੜਾ ਟ੍ਰੈਂਡ ਰਹੇਗਾ, ਜਿਹੜਾ ਸਭ ਤੋਂ ਵੱਡਾ ਟ੍ਰੈਂਡ ਸਾਡੇ ਸਾਹਮਣੇ ਇਸ ਟਾਈਮ ਨਜ਼ਰ ਆ ਰਿਹਾ ਹੈ, ਉਹ ਹੈ ਕੋਵਿਡ। ਕੋਵਿਡ ਦੀ ਵੇਵ ਚਾਈਨਾ 'ਚ ਚੱਲ ਰਹੀ ਹੈ, ਰਾਈਟ? ਠੀਕ ਹੈ। ਅਮਰੀਕਾ ਇਜ਼ ਕਮਿੰਗ ਅਪ ਵਿਦ ਸੋ ਮੈਨੀ ਪੋਲਿਸੀਜ਼ ਕਿ ਜਿਹੜੇ ਮਤਲਬ ਚਾਈਨਾ ਤੋਂ ਆ ਰਹੇ ਹੈ ਉਹਨਾਂ ਨੂੰ ਕਿੱਦਾਂ ਰੋਕਣਾ ਹੈ, ਕਿੱਦਾਂ ਸਾਰੇ ਕਰਨਾ। ਆਲ ਏਅਰਪੋਰਟਸ ਆਰ ਵਰਕਿੰਗ ਔਨ ਦਿਸ। ਠੀਕ ਹੈ ਜੀ। ਸਵਾਲ ਇਹ ਪੈਦਾ ਹੋਏਗਾ ਕਿ ਜਦੋਂ ਕੋਵਿਡ ਦੀ ਫਸਟ ਵੇਵ ਆਈ, ਅਸੀਂ ਕਿਹਾ ਚਾਈਨੀਜ਼ ਨੇ ਸਾਡੇ ਤੋਂ ਛੁਪਾਇਆ ਹੋਇਆ ਸੀਗਾ, ਪੂਰੀ ਦੁਨੀਆ ਬਰਬਾਦ ਕਰ ਦਿੱਤੀ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ 23 ਚ ਕਿ ਹੁਣ ਤਾਂ ਨਹੀਂ ਛੁਪਾਇਆ, ਹੁਣ ਤਾਂ ਐਵਰੀਥਿੰਗ ਇਜ਼ ਕਲੀਅਰ ਕਿ ਹੁਣ 23 ਚ ਦੁਨੀਆ ਆਪਣੇ ਆਪ ਨੂੰ ਥਰਡ ਵੇਵ ਤੋਂ ਬਚਾ ਲੇਗੀ। ਜੇ ਤਾਂ ਥਰਡ ਵੇਵ ਤੋਂ ਬਚਾ ਲਿਆ ਆਪਣੇ ਆਪ ਨੂੰ, ਇਹਦਾ ਮਤਲਬ ਚਾਈਨਾ ਵਾਜ਼ ਅ ਬਿਗੇਸਟ ਫਾਲਟੀ ਪਲੇਅਰ। ਜੇ ਨਹੀਂ ਅਸੀਂ ਬਚਾ ਪਾਏ, ਜੇ ਰੱਬ ਨਾ ਕਰੇ ਜੋ ਕਹਿਰ ਚਾਈਨਾ ਤੇ ਟੁੱਟ ਰਿਹਾ ਹੈ, ਜੇ ਉਹ ਬਾਕੀ ਕੰਟਰੀਜ਼ ਤੇ ਵੀ ਟੁੱਟਿਆ, ਤੇ ਫਿਰ ਸਾਨੂੰ ਸਮਝਣਾ ਪਏਗਾ ਕਿ ਇੰਟਰਨੈਸ਼ਨਲ ਰਿਲੇਸ਼ਨਸ ਦਾ ਵਜੂਦ ਹੈ। ਫਿਰ ਅਮਰੀਕਾ ਨੇ ਕੀ ਕਰ ਲਿਆ ਮਿਲ ਕੇ, ਔਰ ਜਿਹੜੀਆਂ ਵੱਡੀਆਂ ਸੋ ਕਾਲਡ ਕੰਟਰੀਜ਼ ਹੈ ਉਹਨਾਂ ਨੇ ਫਿਰ ਆਪਣੇ ਆਪ ਨੂੰ ਕਿਉਂ ਨਹੀਂ ਬਚਾਇਆ। ਇੱਕ ਤਾਂ ਇਹ ਬੜੀ ਇੰਟਰਸਟਿੰਗ ਚੀਜ਼ ਹੋਏਗੀ ਦੇਖਣ ਵਾਲੀ ਜੀ। ਨੰਬਰ 2, ਸਟੀਫਨ ਵੋਲਟ ਨੇ ਫੋਰਨ ਪੋਲਿਸੀ ਤੇ ਕਾਲਮਨਿਸਟ ਹੈ, ਅਮਰੀਕਨ ਬੇਸਡ ਕਾਲਮਨਿਸਟ ਹੈ ਜੀ। ਉਹਨਾਂ ਨੇ ਆਪਣੇ ਇੱਕ ਆਰਟੀਕਲ 'ਚ ਲਿਖਿਆ ਇਨ ਵਨ ਆਫ ਦੀ ਲੀਡਿੰਗ ਨਿਊਜ਼ਪੇਪਰ ਆਫ US ਕਿ ਸਭ ਤੋਂ ਵੱਡਾ ਡਰ ਜਿਹੜਾ ਇਸ ਟਾਈਮ USA ਨੂੰ ਲੱਗ ਰਿਹਾ ਤੇ ਪੂਰੀ ਦੁਨੀਆ ਨੂੰ ਲੱਗ ਰਿਹਾ ਹੈ, ਉਹ ਇਹ ਕਿ ਕਿਤੇ ਯੂਕਰੇਨ ਹਾਰ ਤਾਂ ਨਹੀਂ ਜਾਏਗਾ। ਕਿਉਂਕਿ ਤੁਸੀਂ ਦੇਖੋ ਨਾ, ਲੜਾਈ ਕਿਉਂ ਲੜੀ ਗਈ ਸੀਗੀ? ਸੋ ਦੈਟ ਜਿਹੜੀ ਡੈਮੋਕ੍ਰੇਸੀ ਨੂੰ ਜਿਤਾਇਆ ਜਾ ਸਕੇ,
ਜਾਂ ਅਮਰੀਕਾ ਜਿਸ ਚੀਜ਼ ਨੂੰ ਠੀਕ ਸਮਝਦਾ ਹੈ ਜਾਂ ਯੂਰਪੀਅਨ ਜੋ ਯੂਰਪੀਅਨਸ ਨੂੰ ਠੀਕ ਲੱਗਦਾ ਉਹਨੂੰ ਠੀਕ ਸਾਬਿਤ ਕਰਨ ਲਈ। Sure. ਠੀਕ ਹੈ, ਪਰ ਅੱਜ 8-9 ਮਹੀਨੇ ਹੋ ਗਏ, देयर इज नो साइन कि लड़ाई खत्म हो जाएगी। और कुछ लोग ये भी प्रिडिक्ट कर रहे हैं कि शायद ये 6-7 साल ਚੱਲੇ। Oh God. ਤੁਸੀਂ ਦੇਖੋ ਨਾ, ਰੱਬ ਕਰੇ ਇਦਾਂ ਨਾ ਹੋਵੇ। ਵਰਲਡ ਵਾਰ ਸਾਡਾ ਚੱਲਿਆ, ਠੀਕ ਹੈ, 1911 ਤੋਂ ਲੈ ਕੇ 1516 ਤੱਕ 19 ਤੱਕ ਚੱਲਿਆ, ਠੀਕ ਹੈ, 1939 to 45 ਤੱਕ ਪ੍ਰੋਲੋਂਗ ਹੋਇਆ। ਤੇ ਕੀ ਇਹ ਥਰਡ ਵਰਲਡ ਵਾਰ ਮਿਨੀ ਨੇਚਰ ਤੇ ਨਹੀਂ ਹੈ ਜਿਹੜਾ ਪ੍ਰੋਲੋਂਗ ਕਰ ਜਾਏਗਾ, ਹੈ ਨਾ? ਹੁਣ ਇੱਕ ਪਾਸੇ ਤਾਂ ਤੁਸੀਂ ਗਲੋਬਲਾਈਜੇਸ਼ਨ ਦੀ ਗੱਲ ਕਰ ਰਹੇ ਹੋ, ਤੁਸੀਂ ਇਕਨੋਮਿਕਸ ਦੀ ਗੱਲ ਕਰ ਰਹੇ ਹੋ, ਤੇ ਇਕਨੋਮਿਕਸ ਦਾ ਵੀ ਤੁਸੀਂ ਗਲਾ ਘੋੜ ਦਿੱਤਾ, ਠੀਕ ਹੈ, ਗਲੋਬਲਾਈਜੇਸ਼ਨ ਦਾ ਵੀ ਗਲਾ ਘੋੜਦਾ, ਬਲਕਿ ਹੁਣ ਡੀ ਗਲੋਬਲਾਈਜੇਸ਼ਨ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਸਪਲਾਈ ਚੇਨ ਜਿਹੜੀ ਸਾਡੀ ਇਫੈਕਟ ਹੋਈ ਹੈ, ਸਾਰੇ ਦੇਸ਼ਾਂ ਨੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਵੇਂ ਅਸੀਂ ਆਪ ਹੀ ਆਤਮ ਨਿਰਭਰ ਬਣੀਏ। ਐਂਡ ਇੰਡੀਆ ਨੇ ਵੀ ਆਤਮ ਨਿਰਭਰ ਪ੍ਰੋਗਰਾਮ ਸ਼ੁਰੂ ਕੀਤਾ। ਬਾਕੀ ਕੰਟਰੀਜ਼ ਵੀ ਸੋਚ ਰਹੇ ਕਿ ਜਿਹੜੀ ਡਿਪੈਂਡੈਂਸੀ ਇਹਨੂੰ ਕਿੱਦਾਂ ਖਤਮ ਕੀਤਾ ਜਾਵੇ। ਐਂਡ देयर इज ਲੋਟ ਆਫ ਸ਼ਿਫਟਿੰਗ ਗੋਇੰਗ ਔਨ, ਯੂ ਨੋ, ਸ਼ਿਫਟਿੰਗ ਕਿੱਦਾਂ ਹੋ ਰਹੀ ਹੈ। ਕਿੰਨੀਆਂ ਸਾਰੀਆਂ ਫੈਕਟਰੀਜ਼ ਜਿਹੜੀਆਂ ਚਾਈਨਾ ਤੋਂ ਨਿਕਲ ਕੇ ਇੰਡੀਆ 'ਚ ਆ ਰਹੀਆਂ ਔਰ ਬਾਕੀ ਗਲੋਬਲ ਏਰੀਆਜ਼ 'ਚ ਜਾ ਰਹੀਆਂ ਨੇ। ਤੀਸਰਾ ਜਿਹੜਾ ਸਭ ਤੋਂ ਵੱਡਾ ਡਿਟਰਮਿਨਿੰਗ ਫੈਕਟਰ ਹੋਏਗਾ ਤਾਇਵਾਨ। ਏਦਾਂ ਸੁਣਨ ਨੂੰ ਆ ਰਿਹਾ ਹੈ, ਲੋਕ ਸਕਾਲਰਸ ਇਹ ਕਹਿ ਰਹੇ ਨੇ ਕਿ ਹੋ ਸਕਦਾ 25-26 ਵਿੱਚ ਚਾਈਨਾ ਤਾਇਵਾਨ ਤੇ ਅਟੈਕ ਕਰੇ। ਔਰ 2022 ਚ ਬਾਈਡਨ ਸਾਹਿਬ ਨੇ ਸ਼ਪਥ ਲਈ ਹੈ ਕਿ ਅਸੀਂ ਤਾਇਵਾਨ ਨੂੰ ਹਰ ਹਾਲਤ ਵਿੱਚ ਡਿਫੈਂਡ ਕਰਨਾ ਹੈ। ਹੁਣ ਤਾਇਵਾਨ ਔਰ ਚਾਈਨਾ ਦਾ ਜੋ ਆਪਸ ਚ ਇੰਪਲੀਕੇਸ਼ਨ ਹੋਏਗੀ 23 ਚ, ਠੀਕ ਹੈ, ਉਹਨੂੰ ਲੈ ਕਰਕੇ ਵੀ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਡਰੇ ਹੋਏ ਨੇ, ਕਿਉਂਕਿ ਸਾਡਾ ਹਜੇ ਇੱਕ ਮਸਲਾ ਤਾਂ ਸੁਲਝਿਆ ਨਹੀਂ ਹੈ, ਠੀਕ ਹੈ ਨਾ। ਤੇ ਇਹ ਜਿਹੜਾ ਤਾਇਵਾਨ ਵਾਲਾ ਮਸਲਾ ਜਿਹੜਾ ਨਵਾਂ ਆ ਜਾਏਗਾ, ਇਹਨੂੰ ਲੈ ਕੇ ਕਿੱਦਾਂ ਹੋਏਗਾ। ਉਸ ਤੋਂ ਬਾਅਦ ਰਸ਼ੀਆ ਨੇ ਜਿਹੜੇ ਕੁਝ ਇਲਾਕੇ ਯੂਕਰੇਨ ਦੇ ਇਲਾਕੇ ਆਪਣੇ ਚ ਲੈ ਲਏ, ਆਪਣੇ ਚ ਐਡ ਕਰ ਲਏ ਨੇ, ਤਾਂ ਉਹਨੇ ਯੂਰੇਸ਼ੀਆ ਦੇ ਮੈਪ ਨੂੰ ਰੀਡਰਾ ਕਰ ਦਿੱਤਾ ਹੈ। ਹੁਣ ਉਹ ਜਿਹੜੇ ਇਲਾਕੇ ਹੈ ਉਹ ਰਸ਼ੀਆ ਨੂੰ ਰਿਟੇਨ ਕਰੇਗਾ ਕਿ ਯੂਰਪ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰੇਗਾ। ਇਹ ਨਵੇਂ ਅਸੀਂ ਇੱਕ ਬਿਮਾਰੀ ਦਾ ਤਾਂ ਹੱਲ ਨਿਕਲਿਆ ਨਹੀਂ, ਅਸੀਂ ਨਵੇਂ ਬਿਮਾਰੀਆਂ ਨੂੰ ਹੋਰ ਪੈਦਾ ਕਰੀ ਜਾ ਰਹੇ ਹਾਂ। ਔਰ ਜਿਹੜੀ ਅਮਰੀਕਾ ਦੀ ਇੱਕੋ ਹੀ ਗੋਲ ਹੈ, ਗਲੋਬਲ ਰੀਪੋਜੀਸ਼ਨਿੰਗ, ਜਿਹਨੂੰ ਅਸੀਂ ਕਹਿੰਦੇ ਅਮਰੀਕਾ ਇਜ਼ ਬੈਕ। ਯੈਸ, ਜਦੋਂ ਚਾਈਨਾ ਕੋਵਿਡ ਆਇਆ ਸੀਗਾ ਤਾਂ ਉਹ ਪਲੜਾ ਜਿਹੜਾ ਬਹੁਤ ਏਦਾਂ ਹੋ ਗਿਆ ਸੀਗਾ, ਟਿਲਟਡ ਟੂਵਰਡਸ ਚਾਈਨਾ। ਖੈਰ ਅਮਰੀਕਾ ਨੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਉਹਨੂੰ ਬੈਲੈਂਸ ਕੀਤਾ ਹੈ ਨਾ। ਤੇ ਹੁਣ ਜਿਹੜਾ ਅੱਗੇ ਵਾਲਾ ਸਿਨੈਰੀਓ ਹੋਏਗਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਏਗਾ। ਇੰਟਰਸਟਿੰਗ ਦੇ ਨਾਲ ਦੇਖੋ ਕੀ ਹੁੰਦਾ, ਲੈਟਸ ਵੇਟ ਐਂਡ ਵਾਚ। ਕਿਉਂਕਿ ਜਦੋਂ ਸ਼ਿਫਟਿੰਗ ਦੀ ਗੱਲ ਹੋਏਗੀ ਤੇ ਤਾਈਵਾਨ ਦੀ ਆਪਾਂ ਗੱਲ ਕਰ ਰਹੇ ਹਾਂ, ਤਾਈਵਾਨ ਦੀ ਕਾਫੀ ਇੰਡਸਟਰੀ ਜੋ ਹੈ ਉਹ ਅਮਰੀਕਾ ਦੇ ਵਿੱਚ ਉਹਨਾਂ ਨੇ ਸ਼ਿਫਟ ਕੀਤੀ ਹੈ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਸਿਕਿਉਰਿਟੀ ਮਿਲੇ, ਜਿਸ ਤਰ੍ਹਾਂ ਬਾਈਡਨ ਜੀ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਹੁਣ ਕੁੱਲ ਮਿਲਾ ਕੇ ਗੱਲ ਇਹ ਹੈ ਕਿ US ਜ਼ਰੂਰ ਚਾਹੇਗਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਕਮਿੰਗ ਬੈਕ ਹੋਣਾ ਚਾਹੀਦਾ, ਬਾਉਂਸ ਬੈਕ ਹੋਣਾ ਚਾਹੀਦਾ, ਜ਼ਰੂਰ ਚਾਹੇਗਾ ਕਿ ਫਿਰ ਤੋਂ ਵਰਲਡ ਲੀਡਰ ਦੀ ਪੋਜੀਸ਼ਨ ਦੇ ਉੱਤੇ ਕਾਇਮ ਰਵੇ ਔਰ ਪੂਰੇ ਵਰਲਡ ਦੀ ਜੋ ਪੋਲਿਟਿਕਸ ਹੈ ਉਸ ਨੂੰ ਡੋਮੀਨੇਟ ਕਰੇ, ਜਿਸ ਤਰ੍ਹਾਂ ਹੁਣ ਤੱਕ ਕਰਦਾ ਆ ਰਿਹਾ ਹੈ। ਜਿਸ ਤਰ੍ਹਾਂ US ਦਾ ਟ੍ਰੈਂਡ ਰਿਹਾ ਹੈ ਸ਼ੁਰੂ ਤੋਂ ਹਰ ਤਰ੍ਹਾਂ ਦੇ ਨਾਲ, ਚਾਹੇ ਉਹ ਇਕਨੋਮਿਕ ਫੀਲਡ ਹੈ, ਚਾਹੇ ਉਹ ਵਾਰ ਜ਼ੋਨ ਹੈ, ਚਾਹੇ ਉਹ ਪੋਲੀਟੀਕਲ ਫੀਲਡ ਹੈ, ਹਮੇਸ਼ਾ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਵੀ ਹਾਲਾਤ ਬਣਦੇ ਨੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਸਟੇਟਮੈਂਟ ਜ਼ਰੂਰ ਆਉਂਦੀ ਹੈ US ਵੱਲੋਂ, ਕਿਉਂਕਿ ਪੂਰੀ ਦੁਨੀਆ ਦੇ ਉੱਤੇ ਦੀ ਨਜ਼ਰ ਹੈ ਬੀਇੰਗ ਅ ਗਲੋਬਲ ਲੀਡਰ। ਸੋ ਇਸ ਹਿਸਾਬ ਦੇ ਨਾਲ ਅਸੀਂ ਦੇਖਣਾ ਚਾਹੀਏ ਅਮਰੀਕਾ ਦੇ ਪੁਆਇੰਟ ਆਫ ਵਿਊ ਦੇ ਆਪਾਂ ਦੇਖਦੇ ਹਾਂ, ਕੰਸੀਡਰ ਕਰਦੇ ਹਾਂ ਸਨ 2023 ਦੇ ਵਿੱਚ ਵੀ ਇਹ ਵਰਲਡ ਲੀਡਰ ਦੇ ਪੋਜੀਸ਼ਨ ਦੇ ਉੱਤੇ ਕਾਇਮ ਰਹੇਗਾ ਔਰ ਵਰਲਡ ਪੋਲਿਟਿਕਸ ਨੂੰ ਡੋਮੀਨੇਟ ਕਰਦਾ ਰਹੇਗਾ। डेफिनेटली देयर इज नो डाउट अबाउट इट, क्योंकि अमेरिका को हजे भी टेक्नोलॉजिकली इतनी ज्यादा एडवांसमेंट है जी, मिलिट्री एडवांसमेंट इतनी स्ट्रॉन्ग है, इकोनॉमिक वाइज इतना ज्यादा स्ट्रॉन्ग है कि ठीक है, देयर इज अ ट्रांजिशनल फेज इज गोइंग ऑन, चेंजेस आ रही हैं, मल्टीलेटरलिज्म आ रहा है, होर भी नवे ताकतां खड़ियां होईयां, इंडिया इज वन ऑफ दैम, बट अमेरिका इज अ सुपर पावर। और हजे कोई ऐसी मतलब सुपर पावर के स्टेटस तो हजे कोई इतना नहीं कि आई मीन देयर इज नो डाउट अमेरिका इज अ सुपर पावर राइट नाउ। हाँ ये है
ਕਿ ਅਮਰੀਕਾ ਨੂੰ ਹੁਣ ਥੋੜੇ ਨਖਰੇ ਟੋਲਰੇਟ ਕਰਨੇ ਪੈਂਦੇ ਆ, ਥੋੜੇ ਬਾਕੀ ਜ਼ਰੂਰ ਦੇਸ਼ਾਂ tolerate ਵਿੱਚ ਕਰਨੇ ਥੋੜਾ ਪੈਂਦੇ। ਉਹਨਾਂ ਨੂੰ ਵਿੰਗ ਕਰਨੀ ਪੈਂਦੀ ਹੈ, ਥੋੜਾ ਪਲਿਕੇਟ Yeah. ਕਰਨਾ ਪੈ ਰਿਹਾ। ਅਦਰਵਾਈਜ਼ ਅਮਰੀਕਾ, ਆਈ ਮੀਨ ਹਜੇ ਵੀ ਅਮਰੀਕਾ ਦੀ ਕੋਈ ਮੈਚਿੰਗ ਨਹੀਂ ਹੈ, देयर इज नो पैरेलल मैचिंग टू अमेरिका राइट नाउ। श्योर। और जे देखा जाए तो वर्ल्ड जो है इस वक्त मतलब दो हिस्सों 'ਚ ਤਾਂ ਹੈਗਾ ਹੀ ਹੈ ਨਾ। ਇਹ ਕਈ ਵਾਰ ਲੱਗਦਾ ਯੂਕਰੇਨ ਰਸ਼ੀਆ ਦੀ ਜਿਹੜੀ ਵਾਰ ਆਪਾਂ ਕਹਿੰਦੇ ਆ ਬਹੁਤ ਲੰਬੀ ਜਾ ਰਹੀ ਹੈ, ਇਹ ਪ੍ਰੋਕਸੀ ਵਾਰ ਲੱਗਦੀ ਹੈ। ਇਹ ਨਾਟੋ ਵਰਸਸ ਰਸ਼ੀਆ ਹੈ ਇਸ ਵਕਤ, ਜੋ ਇਹ ਮਹਿਸੂਸ ਹੁੰਦਾ, ਐਕਸਪਰਟਸ ਮਹਿਸੂਸ ਕਰਦੇ ਨੇ, ਇਟਸ ਅ ਪ੍ਰੋਕਸੀ ਵਾਰ। ਸੋ ਇਹ ਲਿੰਗਰ ਔਨ ਹੋ ਸਕਦੀ ਹੈ ਔਰ ਇਹਦੇ ਵਿੱਚ ਫਾਇਦਾ ਜ਼ਰੂਰ ਹੋ ਸਕਦਾ। ਔਰ ਵਾਰ ਦੇ ਵਿੱਚ ਸਿਰਫ ਹਥਿਆਰ ਵੇਚਣ ਵਾਲਿਆਂ ਦਾ ਫਾਇਦਾ ਹੁੰਦਾ, ਹੋਰ ਕਿਸੇ ਦਾ ਫਾਇਦਾ ਨਹੀਂ ਹੁੰਦਾ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਕਿਉਂਕਿ ਜਾਨਾਂ ਜਾਂਦੀਆਂ ਨੇ ਔਰ ਨੁਕਸਾਨ ਹੁੰਦੇ ਨੇ। या ਪਹਿਲੇ ਕੀ ਹੋ ਰਿਹਾ ਸੀ, ਸਾਰੇ ਕਹਿ ਰਹੇ ਸੀ ਕਿ ਜਦੋਂ ਵਿੰਟਰ ਆਏਗੀ ਨਾ ਤੇ ਕੰਮ ਤਮਾਮ ਹੋ ਜਾਏਗਾ, ਪਿਊਟਿਨ ਜੀ ਕੰਮ ਤਮਾਮ ਕਰ ਦੇਣਗੇ ਯੂਕਰੇਨ ਦਾ। ਹੁਣ ਤਾਂ ਉਹ ਵੀ ਗੱਲ ਖਤਮ ਹੋ ਗਈ, ਉਹ ਵੀ ਨਹੀਂ ਰਿਹਾ। Yeah, exactly. ਨੰਬਰ 2, ਸਭ ਯੂਰੋਪੀਅਨਸ ਨਾਰਾਜ਼ ਹੋ ਕੇ ਬੈਠੇ ਹੋਏ ਆ, ਸੋਸ਼ਲ ਡਿਸਕੰਟੈਂਟ ਆਇਆ ਹੋਇਆ। ਉਹ ਇਹ ਕਹਿ ਰਹੇ ਨੇ ਕਿ ਅਮਰੀਕਾ ਪੈਸਾ ਕਮਾਈ ਜਾ ਰਿਹਾ ਔਰ ਯੂਰਪ 'ਚ ਡਿਸਯੂਨਿਟੀ ਹੋ ਰਹੀ ਹੈ। ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਮਸਲੇ ਹੈ। ਹੋ ਸਕਦਾ ਹੈ देयर इज अ प्रोबेबिलिटी ਕਿ ਅਮਰੀਕਨ ਕੈਂਪ ਔਰ ਯੂਰੋਪੀਅਨ ਕੈਂਪ ਇਹਨਾਂ 'ਚ ਵੀ ਕੋਈ ਡਿਵੀਜ਼ਨ ਆ ਜਾਏ, ਇਹ ਵੀ ਪੋਸਿबिलिटी ਹੈ। या क्योंकि दुनिया इस वक्त एक नाटो या अमेरिका लेड वर्ल्ड, एक रशिया चाइना लेड वर्ल्ड और इंडिया जो है वो दोनों पासे शिफ्ट होता है। और ईरान एक इंपॉर्टेंट रोल प्ले कर सकता है। जिस तरह ताइवान की आप गल करते हैं वॉर्स ਨੂੰ ਲੈ ਕੇ, ईरान ਨੂੰ भी एक ਖਾਸ ਮੈਂਬਰਸ਼ਿਪ ਦੇਣ ਦੇ ਵਿੱਚ ਲੱਗੇ ਹੋਏ ਨੇ, ਉਹ ਵੀ ਇੱਕ ਇੰਪੋਰਟੈਂਟ ਰੋਲ ਪਲੇ ਕਰ ਸਕਦਾ। ਸੋ ਇਹ ਟੋਟਲ ਜਿਹੜਾ ਸਾਰਾ ਸਿਨੈਰੀਓ ਬਣਦਾ ਪਿਆ, ਇਹਦੇ ਵਿੱਚ ਅਸੀਂ ਇਹ ਹੋਪਫੁਲ ਹੋ ਸਕਦੇ ਹਾਂ ਕਿ ਜੋ G20 ਸਮਿਟ ਹੋਣ ਜਾ ਰਹੀ ਹੈ ਸਨ 2023 ਦੇ ਵਿੱਚ ਇੰਡੀਆ ਦੇ ਵਿੱਚ, ਸ਼ਾਇਦ ਉੱਥੋਂ ਕੋਈ ਰਸਤੇ ਨਿਕਲਣ ਔਰ ਵਰਲਡ ਜੋ ਹੈ ਉਹ ਪੀਸਫੁਲ ਹੋਣ ਵੱਲ ਵਧੇ ਔਰ ਸ਼ਾਂਤੀ ਸਥਾਪਿਤ ਹੋਣ ਵੱਲ ਵਧੇ। ਕਿਉਂਕਿ ਇੰਡੀਅਨ ਵਿਜ਼ਡਮ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ। ਤੁਹਾਡਾ ਲਾਸਟ ਟੇਕ ਕੀ ਹੈ ਆਸ਼ਿਮਾ? I totally agree with you and ਜਿੱਦਾਂ ਅਸੀਂ ਹਰ ਆਪਣੇ ਟਾਕਸ 'ਚ ਅਸੀਂ ਇੱਕ ਬੜੀ ਪੋਜ਼ਿਟਿਵ ਨੋਟ ਨਾਲ ਉਹਨੂੰ ਐਂਡ ਅਪ ਕਰਦੇ ਹਾਂ, ਤੇ ਅੱਜ ਵੀ ਮੈਂ ਇਹਦੇ ਹੀ ਮਤਲਬ ਉਹਨੂੰ ਸਮਰਾਈਜ਼ ਕਰੂੰਗੀ ਕਿ ਲੈਟਸ ਕੀਪ ਹੋਪਿੰਗ ਐਂਡ ਕੀਪ ਵਾਕਿੰਗ ਟੂਵਰਡਸ ਬ੍ਰਾਈਟਰ ਫਿਊਚਰ। ਐਂਡ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰਿਆਂ ਨੂੰ ਬਹੁਤ ਆਉਣ ਵਾਲੇ ਸਮੇਂ ਦੀ ਜਿਹੜਾ ਈਅਰ 2023 ਹੈਪੀ ਨਿਊ ਈਅਰ ਗ੍ਰੀਟਿੰਗ ਦੇਣੀ ਆ। ਉਹਨਾਂ ਦਾ ਉਹ ਜਿਹੜਾ ਸਾਲ ਹੈ ਬਹੁਤ ਹੀ ਵਧੀਆ ਰਹੇ ਸਾਡੀ ਦੁਨੀਆ ਲਈ ਵੀ, ਚਾਹੇ ਅਮਰੀਕਾ ਹੋਏ, ਚਾਹੇ ਇੰਡੀਆ ਹੋਏ, ਚਾਹੇ ਯੂਕਰੇਨ ਹੋਏ, ਚਾਹੇ ਰਸ਼ੀਆ ਹੋਏ, ਸਾਰਿਆਂ ਲਈ ਵਿਨ ਸਿਚੁਏਸ਼ਨ ਹੋਏ। ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ ਐਂਡ ਹੈਪੀ ਨਿਊ ਈਅਰ। ਥੈਂਕ ਯੂ ਸੋ ਮਚ। ਔਰ ਸੋ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਸਾਰੇ ਦਰਸ਼ਕ ਆਪਣੀਆਂ ਵਿਸ਼ੇਜ਼ ਔਰ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।